ਹੈਲੋ ਗਾਇਸ ਵਟਸਅਪ ਵੈਲਕਮ ਟੂ ਕਰੀਅਰ ਐਜ। ਅੱਜ ਅਸੀਂ ਮਾਡਰਨ ਹਿਸਟਰੀ ਦਾ ਚੈਪਟਰ 8 ਕਰਾਂਗੇ। ਫਸਟ ਵਰਲਡ ਵਾਰ ਤੇ ਨੈਸ਼ਨਲਿਸਟ ਦਾ ਰਿਸਪੌਂਸ। ਠੀਕ ਹੈ, ਮਤਲਬ ਕੀ ਹੈ ਕਿ ਜਦੋਂ ਫਸਟ ਵਰਲਡ ਵਾਰ ਛਿੜੀ, ਕਦੋਂ ਛਿੜੀ ਸੀ? 1914 ਤੋਂ ਲੈ ਕੇ 1918। ਜਦੋਂ ਵਾਰ ਸਟਾਰਟ ਹੋਈ ਉਸ ਤੋਂ ਬਾਅਦ ਸਾਡਾ ਕੀ ਰਿਸਪੌਂਸ ਸੀ, ਸਾਡਾ ਇੰਡੀਅਨਸ ਦਾ ਕੀ ਰਿਸਪੌਂਸ ਸੀਗਾ। ਠੀਕ ਹੈ, ਇਹ ਚੀਜ਼ ਅਸੀਂ ਇਸ ਚੈਪਟਰ ਦੇ ਵਿੱਚ ਦੇਖਾਂਗੇ। ਇਸ ਤੋਂ ਪਹਿਲਾਂ ਅਸੀਂ ਕੀ ਕੁਝ ਕਰ ਚੁੱਕੇ ਜੀ? ਅਸੀਂ ਕਾਂਗਰਸ ਦੀ ਫਾਊਂਡੇਸ਼ਨ ਕਰ ਚੁੱਕੇ ਜੀ। ਠੀਕ ਹੈ, ਇੰਡੀਅਨ ਨੈਸ਼ਨਲ ਕਾਂਗਰਸ ਫਾਊਂਡੇਸ਼ਨ ਕਰ ਚੁੱਕੇ। ਉਸ ਤੋਂ ਬਾਅਦ ਅਸੀਂ ਸਪਲਿਟ ਵੀ ਕਰਾਤਾ ਸੀ ਇਹਨਾਂ ਦਾ, ਦੋਨਾਂ ਦਾ, ਮੋਡਰੇਟਸ ਤੇ ਐਕਸਟ੍ਰੀਮਿਸਟ ਦਾ। ਠੀਕ ਹੈ ਨਾ, ਸਪਲਿਟ ਕਰਾਤਾ ਸੀਗਾ। ਫਿਰ ਅਸੀਂ ਦੇਖਿਆ ਵੀ ਕੁਛ ਰੈਵੋਲੂਸ਼ਨਰੀਜ਼ ਵੀ ਅੱਗੇ ਹੋ ਕੇ ਆਏ ਸੀਗੇ। ਠੀਕ ਹੈ, ਜਿਵੇਂ ਅਸੀਂ ਗਦਰ ਮੂਵਮੈਂਟ ਵਗੈਰਾ ਦੇਖੀ ਸੀਗੀ। ਠੀਕ ਹੈ, ਇਹ ਹੁਣ ਥੋੜ੍ਹਾ ਜਿਹਾ ਉਸ ਤੋਂ ਬਾਅਦ ਦੀਆਂ ਗੱਲਾਂ ਨੇਗੀਆਂ। ਬਿਲਕੁਲ ਆਪਾਂ ਦੇਖੋ ਟਾਈਮ ਲਾਈਨ ਦੇ ਨਾਲ ਚੱਲ ਰਹੇ ਹਾਂ, ਟਾਈਮ ਲਾਈਨ ਦੇ ਬਿਲਕੁਲ ਨਾਲ ਚੱਲ ਰਹੇ ਹਾਂ, ਤਾਂ ਹੀ ਕਿ ਸਾਰੀਆਂ ਚੀਜ਼ਾਂ ਔਰਗੈਨਿਕਲੀ ਤੁਹਾਡੇ ਦਿਮਾਗ ਦੇ ਵਿੱਚ ਬੈਠਣ। ਔਰਗੈਨਿਕਲੀ, ਬਿਲਕੁਲ ਪਿਆਰ ਨਾਲ, ਬਿਲਕੁਲ ਆਰਾਮ ਨਾਲ ਔਰ ਨੈਚੁਰਲੀ ਸਭ ਕੁਝ। ਠੀਕ ਹੈ, ਆਪਾਂ ਬਿਲਕੁਲ ਵੀ ਧੱਕਾ ਨਹੀਂ ਕਰਨਾ ਆਪਦੇ ਦਿਮਾਗ ਨਾਲ। ਬਸ ਅਸੀਂ ਪਿਆਰ ਨਾਲ ਪੂਰਾ ਦਿਲ ਲਾ ਕੇ ਅਸੀਂ ਸਮਝਣਾ ਚੀਜ਼ਾਂ ਨੂੰ। ਠੀਕ ਹੈ, ਚਲੋ ਚੈਪਟਰ 8 ਕਰਦੇ ਜੀ, ਫਸਟ ਵਰਲਡ ਵਾਰ ਤੇ ਨੈਸ਼ਨਲਿਸਟ ਰਿਸਪੌਂਸ। ਦੇਖੋ ਸਾਡਾ ਜਿਹੜਾ ਰਿਸਪੌਂਸ ਸੀ ਨਾ, ਉਹ ਕੁਛ ਕਈ ਤਰੀਕਿਆਂ ਦੇ ਨਾਲ ਸੀਗਾ। ਜਿਵੇਂ ਆਪਾਂ ਮੰਨਦੇ ਹਾਂ ਕਿ ਸਾਡੇ 2-3 ਧਿਰ ਸੀਗੇ, ਮੋਡਰੇਟ ਸੀਗੇ, ਐਕਸਟ੍ਰੀਮਿਸਟ ਸੀਗੇ, ਰੈਵੋਲੂਸ਼ਨਰੀ ਸੀਗੇ। ਠੀਕ ਹੈ ਨਾ, ਇਹ 2-3 ਧਿਰ ਮੰਨਦੇ ਆਪਾਂ। ਮੋਡਰੇਟਸ ਤਾਂ ਦੇਖੋ ਕੀ ਕਹਿੰਦੇ ਵੀ ਜਦੋਂ ਜੰਗ ਛਿੜੀ ਹੋਈ ਹੈ, ਦੇਖੋ ਇੰਗਲੈਂਡ ਵੀ ਜੰਗ ਦਾ ਪਾਰਟ ਸੀ, ਓਬਵੀਅਸਲੀ ਗੱਲ ਹੈ, ਬਹੁਤ ਵੱਡਾ ਪਾਰਟ ਸੀ, ਬਹੁਤ ਇੰਪੋਰਟੈਂਟ ਪਾਰਟ ਸੀਗਾ। ਤਾਂ ਮੋਡਰੇਟਸ ਕੀ ਕਹਿੰਦੇ, ਆਪਾਂ ਨੂੰ ਪਤਾ ਮੋਡਰੇਟਸ ਬੜੀ ਹੌਲੀ ਹੌਲੀ ਚੱਲਣ ਵਾਲੇ ਬੰਦੇ ਨੇਗੇ। ਠੀਕ ਹੈ ਨਾ, ਬੜੇ ਨਰਮ ਸੁਭਾਅ ਦੇ ਬੰਦੇ ਨੇ। ਠੀਕ ਹੈ, ਮਤਲਬ ਆਪਾਂ ਆਪਣੇ ਅੰਡਰਸਟੈਂਡਿੰਗ ਵਾਸਤੇ ਸਮਝਾਂਗੇ ਇਹ ਚੀਜ਼, ਕਹਾਂਗੇ ਕਿ ਨਰਮ ਬੰਦੇ ਨੇ ਉਹ। ਠੀਕ ਹੈ, ਮੋਡਰੇਟਸ ਨੇ। ਤਾਂ ਇਹ ਕੀ ਕਹਿੰਦੇ ਵੀ ਯਾਰ ਹੁਣ ਇੰਗਲੈਂਡ ਦਿੱਕਤ ਦੇ ਵਿੱਚ ਹੈ, ਹੁਣ ਇੰਗਲੈਂਡ ਜੰਗ ਦੇ ਵਿੱਚ ਫਸਿਆ ਹੋਇਆ ਹੈ, ਅਤੇ ਹੁਣ ਇਹਨਾਂ ਨੂੰ ਐਵੇਂ ਆਪਾਂ ਆਜ਼ਾਦੀ ਵਾਸਤੇ ਕਹੀਏ ਜਾਂ ਕੁਛ ਹੋਰ ਰਿਫੋਰਮਸ ਵਾਸਤੇ ਕਹੀਏ, ਉਹ ਚੰਗੀ ਗੱਲ ਨਹੀਂ ਹੈਗੀ। ਵੀ ਹਲੇ ਇਹਨਾਂ ਨੂੰ ਰਹਿਣ ਦਿਓ। ਠੀਕ ਹੈ, ਹਲੇ ਆਪਾਂ ਪ੍ਰੋਟੈਸਟ ਵਗੈਰਾ ਨੂੰ ਰਹਿਣ ਦਿਓ, ਰਿਫੋਰਮਸ ਨੂੰ ਰਹਿਣ ਦਿਓ, ਹਲੇ ਇਹਨਾਂ ਨੂੰ ਟਾਈਮ ਦਿਓ ਇੰਗਲੈਂਡ ਨੂੰ। ਠੀਕ ਹੈ, ਤਾਂ ਕਿ ਇਹਨਾਂ ਨੂੰ ਕੰਮ ਕਰਨ ਦਾ ਆਪਣਾ। ਤਾਂ ਮੋਡਰੇਟਸ ਦਾ ਕੀ ਰਿਸਪੌਂਸ ਸੀ ਵੀ ਬਸ ਸਪੋਰਟ ਦਾ ਇੰਗਲਿਸ਼, ਕਿ ਬ੍ਰਿਟਿਸ਼ਰਸ ਨੂੰ, ਅੰਗਰੇਜ਼ਾਂ ਨੂੰ ਸਪੋਰਟ ਕਰੋ ਕਿ ਉਹ ਵਾਰ ਜਿੱਤਣ। ਠੀਕ ਹੈ, ਇਹ ਮੋਡਰੇਟਸ ਦਾ ਕਹਿਣਾ ਸੀਗਾ, ਸੋਚ ਸੀਗੀ। ਜਿਹੜੇ ਐਕਸਟ੍ਰੀਮਿਸਟ ਸੀ ਉਹ ਓਬਵੀਅਸਲੀ ਬਿਲੀਵ ਤਾਂ ਕਰਦੇ ਨਹੀਂ ਸੀ ਅੰਗਰੇਜ਼ ਸਰਕਾਰ ਦੇ ਵਿੱਚ। ਠੀਕ ਹੈ, ਤਾਂ ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਹਾਂ ਕਿ ਅੰਗਰੇਜ਼ ਸਰਕਾਰ ਦੇ ਹਮੇਸ਼ਾ ਵਿਰੋਧੀ ਰਹੇ ਨੇ। ਬਟ ਉਹ ਕੀ ਸੋਚਦੇ ਸੀ ਵੀ ਚਲੋ ਠੀਕ ਹੈ ਯਾਰ, ਇੱਕ ਵਾਰੀ ਵਾਰ ਚੱਲ ਰਹੀ ਹੈ, ਉਰੇ ਇੰਗਲੈਂਡ ਨੂੰ ਸਪੋਰਟ ਕਰਨਾ ਚਾਹੀਦਾ ਆਪਾਂ ਨੂੰ। ਕੀ ਪਤਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਜੰਗ ਖਤਮ ਹੋ ਗਈ, ਇੰਡੀਆ ਨੂੰ ਕੁਛ ਵਧੀਆ ਰਿਫੋਰਮ ਦੇਣ। ਠੀਕ ਹੈ, ਇੰਡੀਆ ਦੇ ਵਿੱਚ ਵਧੀਆ ਰਿਫੋਰਮ ਲੈ ਕੇ ਆਉਣ, ਸਵਰਾਜ ਵਗੈਰਾ ਲੈ ਕੇ ਆਉਣ। ਠੀਕ ਹੈ ਨਾ, ਤਾਂ ਇਹ ਚੀਜ਼ ਪੋਸੀਬਿਲਿਟੀ ਹੈਗੀ ਆ। ਤਾਂ ਇਹ ਉਮੀਦ ਦੇ ਵਿੱਚ ਇਹਨਾਂ ਨੇ ਵੀ ਇੰਗਲੈਂਡ ਨੂੰ ਸਪੋਰਟ ਕੀਤਾ ਵਾਰ ਦੇ ਵਿੱਚ, ਇੰਗਲੈਂਡ ਦੀਆਂ ਵਾਰ ਐਫਰਟਸ ਨੂੰ ਸਪੋਰਟ ਕੀਤਾ। ਈਵਨ ਕਿ ਇੰਡੀਅਨਸ ਨੂੰ ਇਹਨਾਂ ਨੇ ਦੋਨਾਂ ਬੰਦਿਆਂ ਨੇ, ਦੋਨਾਂ ਗਰੁੱਪਸ ਨੇ ਇਨਕਰੇਜ ਕੀਤਾ ਕਿ ਤੁਸੀਂ ਵਾਰ ਦੇ ਵਿੱਚ ਪਾਰਟੀਸਪੇਟ ਕਰੋ। ਠੀਕ ਹੈ, ਤੁਸੀਂ ਆਪਣੇ ਤੁਸੀਂ ਫੌਜ ਦੇ ਵਿੱਚ ਭਰਤੀ ਹੋਵੋ। ਇੰਡੀਅਨਸ ਨੂੰ ਇਹਨਾਂ ਦੋਨਾਂ ਨੇ ਇਨਕਰੇਜ ਕੀਤਾ। ਤੀਸਰਾ ਗਰੁੱਪ ਸੀ ਸਾਡਾ ਰੈਵੋਲੂਸ਼ਨਰੀਜ਼ ਦਾ। ਠੀਕ ਹੈ, ਅਸੀਂ ਦੇਖੋ ਪਹਿਲਾਂ ਵੀ ਕਰਕੇ ਆਏ ਹਾਂ ਕਿ ਗਦਰ ਮੂਵਮੈਂਟ, ਜਿਵੇਂ ਠੀਕ ਹੈ ਗਦਰ ਮੂਵਮੈਂਟ ਸੀਗੀ, ਇਹ ਵੀ ਕਿਹੜੇ ਟਾਈਮ 'ਤੇ ਸੀਗੀ, ਬਲਕਿ ਇਹ ਵੀ ਵਰਲਡ ਵਾਰ 1 ਦੇ ਟਾਈਮ ਦੇ ਵਿੱਚ ਸੀਗੀ। ਕਿਉਂਕਿ 1913 ਦੇ ਵਿੱਚ ਗਦਰ ਪਾਰਟੀ ਜਿਹੜੀ ਇਸਟੈਬਲਿਸ਼ ਹੋਈ ਸੀ, ਅਤੇ ਜਿਹੜਾ ਇਹਨਾਂ ਨੇ ਦਿਨ ਨਿਰਧਾਰਿਤ ਕੀਤਾ ਸੀ ਉਹ ਕਿਹੜਾ ਸੀ? 21 ਫਰਵਰੀ 1915। ਠੀਕ ਹੈ, ਤਾਂ ਆਪਾਂ ਨੇ ਦੇਖਿਆ ਸੀ ਕਿ ਜਿਹੜੀ ਵਰਲਡ ਵਾਰ 1 ਹੈ, ਬਲਕਿ ਦੈਟ ਬਿਕੇਮ ਅ ਫੇਵਰੇਬਲ ਫੈਕਟਰ ਫੋਰ ਦ ਮੂਵਮੈਂਟ। ਠੀਕ ਹੈ, ਗਦਰ ਮੂਵਮੈਂਟ ਲਈ ਇੱਕ ਫੇਵਰੇਬਲ ਫੈਕਟਰ ਬਣ ਗਿਆ ਸੀ, ਕਿਉਂਕਿ ਜਿਹੜੇ ਟਰੂਪਸ ਸੀਗੇ, ਸੋਲਜਰਸ ਸੀਗੇ ਇੰਡੀਆ ਤੋਂ, ਬ੍ਰਿਟਿਸ਼ ਸੋਲਜਰ ਸੀਗੇ, ਉਹ ਬਾਹਰ ਚਲੇ ਗਏ ਸੀਗੇ ਤਾਂ ਕਿ ਜੰਗ ਲੜਨ ਵਾਸਤੇ। ਅਤੇ ਇੰਡੀਆ ਦੇ ਵਿੱਚ ਜਿਹੜੀ ਸੋਲਜਰ ਆਰਮੀ ਸੀ ਉਹ ਘੱਟ ਗਈ ਸੀਗੀ, ਤਾਂ ਕਰਕੇ ਇਟ ਕੇਮ ਐਜ਼ ਅ ਗੋਲਡਨ ਅਪੋਰਚੁਨਿਟੀ ਫੋਰ ਦ ਰੈਵੋਲੂਸ਼ਨਰੀਜ਼। ਤਾਂ ਇਹਨਾਂ ਦਾ ਜਿਹੜਾ ਮਤ ਸੀਗਾ, ਇਹਨਾਂ ਦਾ ਜਿਹੜਾ ਰਿਸਪੌਂਸ ਸੀ, ਉਹ ਸੀ ਰੈਵੋਲੂਸ਼ਨਰੀ ਮੂਵਮੈਂਟ ਨੂੰ ਅੱਗੇ ਲੈ ਕੇ ਜਾਣਾ। ਠੀਕ ਹੈ, ਆਪਾਂ ਨੇ 3 ਰਿਸਪੌਂਸ ਦੇਖ ਲਏ। ਮੋਡਰੇਟਸ ਦਾ ਕੀ ਰਿਸਪੌਂਸ ਸੀ, ਐਕਸਟ੍ਰੀਮਿਸਟ ਦਾ ਕੀ ਰਿਸਪੌਂਸ ਸੀ, ਅਤੇ ਰੈਵੋਲੂਸ਼ਨਰੀ ਦਾ ਕੀ ਰਿਸਪੌਂਸ ਸੀ। ਕੀ ਰਿਸਪੌਂਸ ਕਿਹਨੂੰ ਕਰ ਰਹੇ ਸੀ? ਇਹ ਵਰਲਡ ਵਾਰ ਨੂੰ। ਠੀਕ ਹੈ, ਆਪਾਂ ਪੜ੍ਹ ਰਹੇ ਚੈਪਟਰ ਦੇ ਵਿੱਚ ਕਿ ਵਰਲਡ ਵਾਰ ਦੇ ਟਾਈਮ 'ਤੇ ਸਾਡਾ ਕੀ ਰਿਸਪੌਂਸ ਸੀਗਾ। ਤਾਂ ਅਸੀਂ 3 ਤਰ੍ਹਾਂ ਦੇ ਰਿਸਪੌਂਸ ਦੇਖ ਲਏ। ਹੁਣ ਇੱਕ ਹੋਰ ਧਿਰ ਉੱਭਰ ਕੇ ਆਇਆ ਇਸ ਟਾਈਮ ਦੇ ਵਿੱਚ, ਜਿਹੜਾ ਕਿ ਹੋਮ ਰੂਲ ਮੂਵਮੈਂਟ ਦੇ ਰੂਪ ਦੇ ਵਿੱਚ ਸਾਡੇ ਕੋਲ ਆਇਆ। ਹੋਮ ਰੂਲ ਮੂਵਮੈਂਟ। ਦੇਖੋ ਹੋਮ ਰੂਲ ਪਹਿਲਾਂ ਤਾਂ ਮਤਲਬ ਕੀ ਹੈਗਾ ਹੋਮ ਰੂਲ ਦਾ? ਠੀਕ ਹੈ, ਸਾਡਾ ਸਵੈ ਰੂਲ, ਸਾਡਾ ਮਤਲਬ ਘਰ ਦਾ ਰੂਲ ਹੋਵੇ। ਇਹ ਵੀ ਉਹੀ ਚੀਜ਼ਾਂ ਕਹਿ ਰਹੇ ਸੀਗੇ ਜਿਵੇਂ ਐਕਸਟ੍ਰੀਮਿਸਟ ਮੰਗਦੇ ਸੀ ਆਲਮੋਸਟ। ਠੀਕ ਹੈ, ਵੀ ਜਿਵੇਂ ਇਹਨਾਂ ਆਪਾਂ ਪਹਿਲਾਂ ਦੇਖ ਲੈਂਦੇ ਆਪਾਂ ਕੀ ਚੀਜ਼ਾਂ ਸੀਗੀਆਂ, ਕਿਵੇਂ ਸੀਗੀਆਂ। ਠੀਕ ਹੈ, ਕੀ ਭਾਲਦੇ ਸੀ ਇਹ? ਪਹਿਲੀ ਗੱਲ ਤਾਂ ਇਹ ਜਿਹੜੀ ਸਟਾਰਟ ਹੋਈ ਮੂਵਮੈਂਟ 1916 ਦੇ ਵਿੱਚ ਸਟਾਰਟ ਹੋਈ। ਠੀਕ ਹੈ, ਅਸੀਂ ਇੱਕ ਚੌਥਾ ਧਿਰ ਦੇਖ ਰਹੇ ਹਾਂ, ਫੋਰਥ ਧਿਰ ਦੇਖ ਰਹੇ ਹਾਂ ਕਿ ਸਾਡਾ ਰਿਸਪੌਂਸ ਕਿਵੇਂ ਸੀਗਾ। ਸਾਰੇ ਅਸੀਂ ਇੰਡੀਅਨਸ ਦੀ ਗੱਲ ਕਰ ਰਹੇ ਹਾਂ, ਠੀਕ ਹੈ ਨਾ, ਕਿ ਆਪਾਂ ਇੰਡੀਅਨਸ ਦਾ ਕੀ ਰਿਸਪੌਂਸ ਸੀ, ਜਾਂ ਜਿਹੜੇ ਫਰੀਡਮ ਸਟਰਗਲ ਦੇ ਵਿੱਚ ਪਾਰਟੀਸਪੇਟ ਕਰ ਰਹੇ ਸੀ ਉਹ ਬੰਦਾ ਦਾ ਕੀ ਰੋਲ ਸੀਗਾ। ਠੀਕ ਹੈ, ਤਾਂ ਉਹਨਾਂ ਦਾ ਰਿਸਪੌਂਸ ਦੇਖ ਰਿਹਾ। 3 ਧਿਰ ਆਪਾਂ ਨੇ ਦੇਖ ਲਿਆ, ਚੌਥੀ ਧਿਰ ਆਪਾਂ ਦੇਖਣ ਲੱਗ ਰਹੇ ਹਾਂ। ਠੀਕ ਹੈ, 1916 ਦੇ ਵਿੱਚ ਇਹ ਮੂਵਮੈਂਟ ਸਟਾਰਟ ਹੋਈ ਅਲੋਂਗ ਦ ਲਾਈਨਸ ਆਫ ਇਰਿਸ਼। ਆਇਰਲੈਂਡ ਦੇ ਵਿੱਚ ਵੀ ਇੱਕ ਹੋਮ ਰੂਲ ਮੂਵਮੈਂਟ ਚੱਲਦੀ ਹੈ। ਤੁਹਾਨੂੰ ਅਗਰ ਆਇਰਲੈਂਡ ਦੀ ਜੋਗ੍ਰਾਫੀਕਲ ਲੋਕੇਸ਼ਨ ਪਤਾ ਹੋਵੇ, ਦੇਖੋ ਆਹ ਜਿਵੇਂ ਇੰਗਲੈਂਡ ਹੈ, ਠੀਕ ਹੈ,
ਤਾਂ ਇੱਥੇ ਆਇਰਲੈਂਡ ਹੈਗਾ। ਤਾਂ ਇੱਥੇ ਵੀ ਕਾਫੀ ਪ੍ਰੋਟੈਸਟ ਚੱਲ ਰਹੇ ਸੀਗੇ ਕਿ ਅਸੀਂ ਆਜ਼ਾਦੀ ਲੈਣੀ ਹੈ ਇੰਗਲੈਂਡ ਤੋਂ। ਇਹ ਵੀ ਇੰਗਲੈਂਡ ਦੀ ਕਲੋਨੀ ਸੀਗੀ ਕਿਉਂਕਿ ਬਿਲਕੁਲ ਨਾਲ ਸੀ, ਤਾਂ ਓਬਵੀਅਸ ਹੀ ਗੱਲ ਸੀ, ਹੋਣੀ ਸੀਗੀ। ਤਾਂ ਆਇਰਲੈਂਡ ਦੇ ਵਿੱਚ ਵੀ ਹੋਮ ਰੂਲ ਮੂਵਮੈਂਟ ਚੱਲ ਰਹੀ ਸੀਗੀ, ਹੋਮ ਰੂਲ ਲੀਗ ਚੱਲ ਰਹੀ ਸੀ। ਅਲੋਂਗ ਦ ਸੇਮ ਲਾਈਨਸ, ਉਸੇ ਪੈਟਰਨ ਦੇ ਉੱਪਰ ਇੰਡੀਆ ਦੇ ਵਿੱਚ ਵੀ ਸਟਾਰਟ ਕਰਨ ਦੀ ਕੋਸ਼ਿਸ਼ ਹੋਈ, ਠੀਕ ਹੈ। ਇਹ ਜਿਹੜੀ ਸਾਡੀ ਇੰਡੀਅਨ ਹੋਮ ਰੂਲ ਮੂਵਮੈਂਟ ਹੈ, ਐਕਚੁਅਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਦੋ ਜਿਹੜੀਆਂ ਮੂਵਮੈਂਟ ਸੀ, ਦੋ ਹੋਮ ਰੂਲ ਲੀਗ ਸੀਗੀਆਂ, ਉਹ ਸਾਈਮਲਟੇਨੀਅਸਲੀ ਚੱਲਦੀਆਂ ਰਹੀਆਂ, ਠੀਕ ਹੈ। ਅਸੀਂ ਦੇਖਾਂਗੇ ਕਿਹੜੀਆਂ। ਇੱਕ ਤਾਂ ਸੀਗੀ ਬਾਲ ਗੰਗਾਧਰ ਤਿਲਕ ਦੇ ਦੁਆਰਾ, ਠੀਕ ਹੈ। ਦੋ ਹੋਮ ਰੂਲ ਲੀਗ ਸੀਗੀਆਂ ਸਾਈਮਲਟੇਨੀਅਸਲੀ ਚੱਲ ਰਹੀਆਂ ਸੀਗੀਆਂ, ਇੱਕ ਤਿਲਕ ਦੁਆਰਾ, ਦੂਸਰੀ ਬੇਸੈਂਟ ਦੁਆਰਾ, ਐਨੀ ਬੇਸੈਂਟ, ਠੀਕ ਹੈ। ਇਹ ਇੰਡੀਅਨ ਨਹੀਂ ਸੀ, ਇਹ ਫੋਰਨ ਤੋਂ ਆਈ ਸੀ। ਆਪਾਂ ਇਹਦੇ ਬਾਰੇ ਅੱਗੇ ਪੜਾਂਗੇ, ਠੀਕ ਹੈ। ਥੋੜ੍ਹਾ ਜਿਹਾ ਬਸ ਇਹ ਧਿਆਨ ਰੱਖਣਾ ਆਪਾਂ ਨੇ ਕਿ ਤਿਲਕ ਅਤੇ ਐਨੀ ਬੇਸੈਂਟ ਦੋਨਾਂ ਦੁਆਰਾ ਸੈਪਰੇਟਲੀ ਇਹ ਲੀਗਸ ਚੱਲ ਰਹੀਆਂ ਸੀਗੀਆਂ, ਸੈਪਰੇਟਲੀ, ਬਹੁਤ ਇੰਪੋਰਟੈਂਟ ਹੈ। ਹੁਣ ਕੀ ਕਹਿੰਦੇ ਸੀ ਇਹ ਹੋਮ ਰੂਲ ਮੂਵਮੈਂਟ? ਕੋਈ ਵੀ ਮੂਵਮੈਂਟ ਹੈ, ਕੁਝ ਡਿਮਾਂਡਸ ਹੁੰਦੀਆਂ ਨੇ ਨਾ ਕਿ ਸਾਨੂੰ ਇਹ ਚੀਜ਼ ਹੋਵੇ, ਉਹ ਚੀਜ਼ ਹੋਵੇ। ਤਾਂ ਇਹ ਕੀ ਭਾਲਦੇ ਸੀਗੇ? ਇਹ ਵੀ ਉਹੀ ਚੀਜ਼ ਭਾਲਦੇ ਸੀ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਿਫੋਰਮਸ ਹੋਣ, ਠੀਕ ਹੈ। ਰਿਫੋਰਮਸ ਭਾਲਦੇ ਸੀ, ਹੋਰ ਕੁਝ ਜ਼ਿਆਦਾ ਵੱਡੀ ਡਿਮਾਂਡ ਨਹੀਂ ਸੀ ਇਹਨਾਂ ਦੀ। ਨੋਟ ਟੂ ਓਵਰਥਰੋ ਦ ਗਵਰਨਮੈਂਟ ਦਾ ਤਖਤਾ ਪਲਟ ਨਹੀਂ ਕਰਨਾ ਚਾਹੁੰਦੇ ਸੀ ਇਹ, ਨਹੀਂ ਇਹੋ ਜਿਹਾ ਕੁਝ ਨਹੀਂ ਸੀਗਾ। ਜਿਵੇਂ ਸਾਡੇ ਰੈਵੋਲੂਸ਼ਨਰੀ ਸੀ ਜਿਹੜੇ, ਉਹ ਤਾਂ ਵਿਦਰੋਹ ਦੀ ਨੀਤੀ ਲੈ ਕੇ ਆਉਂਦੇ ਸੀ, ਠੀਕ ਹੈ ਨਾ, ਹਥਿਆਰਬੰਦ ਯੁੱਧ ਦੀ। ਤਾਂ ਇੱਥੇ ਇਹੋ ਜਿਹਾ ਕੁਝ ਨਹੀਂ ਸੀਗਾ। ਇੱਥੇ ਕੋਈ ਗਵਰਨਮੈਂਟ ਨੂੰ ਓਵਰਥਰੋ ਨਹੀਂ ਕਰਨਾ, ਜਿਵੇਂ ਅਸੀਂ ਪਹਿਲਾਂ ਕਰਕੇ ਆਏ ਕਿ ਐਕਸਟ੍ਰੀਮਿਸਟ ਕਹਿ ਰਹੇ ਸੀਗੇ ਵੀ ਬਸ ਤੁਸੀਂ ਰਿਫੋਰਮਸ ਲੈ ਕੇ ਆਓ, ਜਾਂ ਮੋਡਰੇਟਸ ਵੀ ਕਹਿ ਰਹੇ ਸੀ ਰਿਫੋਰਮਸ ਲੈ ਕੇ ਆਓ। ਤਾਂ ਉਹੀ ਲਗਭਗ ਪੈਟਰਨ ਜਿਹਾ ਸੀਗਾ, ਬਸ ਥੋੜ੍ਹੀਆਂ ਡਿਮਾਂਡਸ ਇਹਨਾਂ ਦੀਆਂ ਹੋਰ ਵੱਧ ਗਈਆਂ ਸੀਗੀਆਂ, ਠੀਕ ਹੈ, ਪਹਿਲਾਂ ਨਾਲੋਂ। ਇਹ ਚੀਜ਼ ਹੈਗੀ। ਅਗੇਨ ਜਿਹੜੇ ਮੈਥਡਸ ਇਹ ਯੂਜ਼ ਕਰਦੇ ਸੀ, ਉਹ ਕਿਹੜੇ ਡਿਸਕਸ਼ਨਸ ਕਰਦੇ ਸੀ, ਰੀਡਿੰਗ ਰੂਮਸ, ਪ੍ਰੋਪੇਗੈਂਡਾ, ਠੀਕ ਹੈ, ਪਬਲਿਕ ਮੀਟਿੰਗਸ, ਨਿਊਜ਼ਪੇਪਰਸ, ਪੈਂਫਲੇਟਸ, ਪੋਸਟਰਸ, ਮਤਲਬ ਪ੍ਰੋਪੇਗੈਂਡਾ ਆਪਣਾ ਅੱਗੇ ਪ੍ਰੋਸੀਡ ਕਰਦੇ ਸੀਗੇ, ਅੱਗੇ ਸਪਰੈਡ ਕਰਦੇ ਸੀ, ਵੀ ਲੋਕਾਂ ਨੂੰ ਜਾਗਰੂਕ ਕਰਦੇ ਸੀ ਕਿ ਅਸੀਂ ਕੀ ਚਾਹੁੰਦੇ ਹਾਂ, ਵਾਟ ਇਜ਼ ਹੋਮ ਰੂਲ। ਨੈਕਸਟ ਪੁਆਇੰਟ ਵੀ ਇਹੀ ਹੈ ਆਪਣਾ, ਟੂ ਕਨਵੇ ਦਾ ਕਾਮਨ ਮੈਨ, ਆਮ ਇਨਸਾਨ ਨੂੰ ਸਮਝਾ ਰਹੇ ਸੀਗੇ ਕਿ ਐਕਚੁਅਲੀ ਵਾਟ ਇਜ਼ ਹੋਮ ਰੂਲ, ਵਾਟ ਇਜ਼ ਸੈਲਫ ਗਵਰਨਮੈਂਟ, ਕਿ ਅਗਰ ਸੈਲਫ ਗਵਰਨਮੈਂਟ ਆਈ ਤਾਂ ਤੁਹਾਨੂੰ ਕੀ ਬੈਨੀਫਿਟ ਹੋਏਗਾ। ਇਹੀ ਸਭ ਤੋਂ ਵੱਡੀ ਨੀਡ ਆਫ ਦਾ ਆਰ ਸੀਗੀ ਕਿ ਕਾਮਨ ਮੈਨ ਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਕੀ ਆਜ਼ਾਦੀ ਕੀ ਹੁੰਦੀ ਹੈ, ਹੋਮ ਰੂਲ ਕੀ ਹੁੰਦਾ ਹੈ। ਤਾਂ ਇਹ ਇੱਕ ਵੱਡਾ ਫੈਕਟਰ ਹੋਇਆ ਹੋਮ ਰੂਲ ਮੂਵਮੈਂਟ, ਲੋਕਾਂ ਨੂੰ ਪੋਲੀਟੀਸਾਈਜ਼ ਕਰਨ ਵਾਸਤੇ, ਲੋਕਾਂ ਨੂੰ ਨਾਲ ਜੋੜਨ ਵਾਸਤੇ, ਲੋਕਾਂ ਨੂੰ ਮਤਲਬ ਸਮਝਾਉਣ ਵਾਸਤੇ ਕਿ ਵਾਟ ਐਗਜ਼ੈਕਟਲੀ ਇਜ਼ ਹੋਮ ਰੂਲ, ਠੀਕ ਹੈ। ਇਹ ਚੀਜ਼ ਆਪਾਂ ਨੇ ਜ਼ਰੂਰੀ ਹੈ। ਤਾਂ ਇੱਥੇ ਇਹ ਵੱਡੀ ਕੰਟਰੀਬਿਊਸ਼ਨ ਸੀ ਹੋਮ ਰੂਲ ਦੀ। ਸਭ ਤੋਂ ਵੱਡੀ ਕੰਟਰੀਬਿਊਸ਼ਨ ਆਪਾਂ ਇਸੇ ਚੀਜ਼ ਨੂੰ ਕਵਾਂਗੇ ਕਿ ਮਾਸਿਸ ਨੂੰ ਜੋੜਨ ਦੇ ਵਿੱਚ ਕੰਮ ਰੱਖਿਆ ਦਿੱਤਾ। ਅਤੇ ਇਹ ਮੂਵਮੈਂਟ ਦੀ ਇੱਕ ਹੋਰ ਵੀ ਖਾਸੀਅਤ ਹੈ, ਅੱਜ ਤੱਕ ਮਤਲਬ ਇਸ ਟਾਈਮ ਤੋਂ ਪਹਿਲਾਂ ਜਿਹੜੀਆਂ ਮੂਵਮੈਂਟਸ ਕਿਸੇ ਜਗ੍ਹਾ 'ਤੇ ਜਿਵੇਂ ਮੰਨ ਲਓ ਗੁਜਰਾਤ, ਸਿੰਧ, ਤਾਂ ਇਹ ਐਸੇ ਇਲਾਕੇ ਸੀਗੇ ਜਿੱਥੇ ਹਾਲੇ ਤੱਕ ਸਾਡੀ ਨੈਸ਼ਨਲ ਮੂਵਮੈਂਟ ਪਹੁੰਚੀ ਨਹੀਂ ਸੀ। ਤਾਂ ਇਹ ਹੋਮ ਰੂਲ ਮੂਵਮੈਂਟ ਦੀ ਇਹੀ ਖਾਸੀਅਤ ਸੀ ਕਿ ਇਹ ਕਾਫੀ ਰਿਮੋਟ ਏਰੀਆਜ਼ ਦੇ ਵਿੱਚ ਵੀ ਪਹੁੰਚੀ ਸੀਗੀ, ਠੀਕ ਹੈ। ਇਹ ਆਪਾਂ ਦੇਖਾਂਗੇ। ਅਗੇਨ ਮਤਲਬ ਉਹੀ ਕਿ ਤਖਤਾ ਪਲਟ ਦੀ ਕੋਈ ਗੱਲਬਾਤ ਨਹੀਂ ਸੀਗੀ, ਬਸ ਇਹ ਰਿਫੋਰਮਸ ਭਾਲਦੇ ਸੀਗੇ। ਹੋਮ ਰੂਲ ਅਗੇਨ ਉਹੀ ਆਸਟ੍ਰੇਲੀਆ ਕੈਨੇਡਾ ਵਾਲਾ, ਠੀਕ ਹੈ। ਆਪਾਂ ਦੇਖਿਆ ਵੀ ਦੋ ਲੀਗਸ ਸੀਗੀਆਂ, ਇੱਕ ਤਿਲਕ ਦੀ ਸੀਗੀ, ਇੱਕ ਬੇਸੈਂਟ ਦੀ ਸੀਗੀ, ਐਨੀ ਬੇਸੈਂਟ, ਬਾਲ ਗੰਗਾਧਰ ਤਿਲਕ। ਜਿਹੜੀ ਇਹ ਵਾਲੀ ਸਟਾਰਟ ਹੋਈ, ਇਹ ਥੋੜ੍ਹੀ ਪਹਿਲਾਂ ਸਟਾਰਟ ਹੋ ਗਈ ਸੀ ਅਪ੍ਰੈਲ 1916 ਦੇ ਵਿੱਚ, ਇਹ ਥੋੜ੍ਹੀ ਲੇਟ ਹੋਈ ਸੀ ਸੈਪਟੈਂਬਰ। ਹਾਲਾਂਕਿ ਦੇਖੋ ਸਾਰਾ ਕਨਸੈਪਟ ਇਹ ਆਲਮੋਸਟ ਐਨੀ ਬੇਸੈਂਟ ਦਾ ਹੀ ਸੀਗਾ ਜੇ ਆਪਾਂ ਦੇਖਿਆ ਜਾਵੇ, ਠੀਕ ਹੈ ਨਾ, ਕਿਉਂਕਿ ਆਇਰਲੈਂਡ ਤੋਂ ਆਏ ਸੀਗੇ ਅਤੇ ਜਿਹੜਾ ਆਪਣਾ ਕਨਸੈਪਟ ਸੀ ਇਹ ਵੀ ਹੋਮ ਰੂਲ ਲੀਗ ਦਾ, ਇਹ ਵੀ ਆਇਰਲੈਂਡ ਦਾ ਸੀਗਾ ਪਹਿਲਾਂ, ਠੀਕ ਹੈ। ਜੇ ਆਪਾਂ ਪੋਲਿਟੀ ਦੀ ਗੱਲ ਕਰੀਏ, ਆਇਰਲੈਂਡ ਤੋਂ ਅਸੀਂ ਕਾਫੀ ਚੀਜ਼ਾਂ ਅਡੋਪਟ ਕੀਤੀਆਂ ਨੇ, ਜਿਵੇਂ ਸਾਡੀ DPSPs, ਠੀਕ ਹੈ, ਆਇਰਲੈਂਡ ਤੋਂ ਆਪਾਂ ਨੇ ਅਡੋਪਟ ਕੀਤੀਆਂ ਨੇਗੀਆਂ। ਪੋਲਿਟੀ ਦੇ ਵਿੱਚ ਕਰਾਂਗੇ ਆਪਾਂ ਬਹੁਤ ਕੁਛ ਕਰਾਂਗੇ, ਇੱਕ ਦੋ ਚੀਜ਼ਾਂ ਹੋਰ ਵੀ ਆਪਣੇ ਆਇਰਲੈਂਡ ਤੋਂ ਬੋਰੋ ਕੀਤੀਆਂ ਨੇ। ਹੋਰ ਕੀ ਚੀਜ਼ ਡਿਫਰੈਂਸ ਸੀਗੇ ਇਹਨਾਂ ਦੇ ਵਿੱਚ, ਤਿਲਕ ਦੀ ਲੀਗ ਦੇ ਵਿੱਚ ਅਤੇ ਬੇਸੈਂਟ ਦੀ ਵਿੱਚ? ਇੱਕ ਤਾਂ ਦੇਖੋ ਏਰੀਆ, ਕਿ ਕਿਹੜੇ ਰੀਜਨ ਦੇ ਵਿੱਚ ਐਕਟਿਵ ਸੀਗੇ ਇਹ। ਤਿਲਕ ਦੀ ਜਿਹੜੀ ਲੀਗ ਸੀ ਕਿੱਥੇ ਸੀਗੀ? ਮਹਾਰਾਸ਼ਟਰ ਦੇ ਵਿੱਚ, ਐਕਸੈਪਟ ਬੰਬੇ ਸਿਟੀ। ਇਹ ਧਿਆਨ ਰੱਖਣਾ ਹੈ, ਬੰਬੇ ਸਿਟੀ ਦੇ ਵਿੱਚ ਤਿਲਕ ਨਹੀਂ ਸੀਗਾ। ਹਾਲਾਂਕਿ ਤਿਲਕ ਖੁਦ ਬੰਬੇ ਦਾ ਸੀ, ਆਪਾਂ ਨੂੰ ਪਤਾ ਹੈਗਾ, ਠੀਕ ਹੈ ਨਾ, ਬੰਬੇ ਦੇ ਵਿੱਚ ਕਾਫੀ ਐਕਟਿਵ ਰਿਹਾ, ਪਰ ਬੰਬੇ ਸਟੇਟ ਦੇ ਵਿੱਚ ਰਿਹਾ ਸੀ। ਬੰਬੇ ਸਿਟੀ ਦੀ ਗੱਲ ਕਰ ਰਹੇ ਹੁਣ ਆਪਾਂ ਇੱਥੇ, ਠੀਕ ਹੈ। ਬੰਬੇ ਸਿਟੀ ਦੇ ਵਿੱਚ ਤਿਲਕ ਦੀ ਲੀਗ ਨਹੀਂ ਕੰਮ ਕਰ ਰਹੀ ਸੀ। ਉੱਥੇ ਕੌਣ ਕੰਮ ਕਰ ਰਹੀ ਸੀ? ਉੱਥੇ ਐਨੀ ਬੇਸੈਂਟ ਦੀ, ਠੀਕ ਹੈ, ਐਨੀ ਬੇਸੈਂਟ ਦੀ। ਰੈਸਟ ਆਫ ਮਹਾਰਾਸ਼ਟਰ ਦੇ ਵਿੱਚ ਤਿਲਕ ਦੀ ਲੀਗ ਹੀ ਸੀਗੀ, ਸਿਰਫ ਬੰਬੇ ਸਿਟੀ ਦੇ ਵਿੱਚ ਨਹੀਂ ਸੀ, ਠੀਕ ਹੈ। ਇਹ ਧਿਆਨ ਰੱਖਣਾ। ਦੇਖੋ ਪੰਜਾਬ ਦੇ ਬੋਰਡਸ ਜਿਹੜੇ ਜ਼ਿਆਦਾ ਇਹੀ ਚੀਜ਼ਾਂ ਨੂੰ ਟਾਰਗੇਟ ਕਰਦੇ ਨੇ, ਠੀਕ ਹੈ, ਜਿਹੜੀਆਂ ਛੋਟੀਆਂ ਨਿਟੀ-ਗ੍ਰਿਟੀਜ਼ ਨੇਗੀਆਂ। ਤਾਂ ਅਸੀਂ ਮੈਂ ਜਿਵੇਂ ਪੇਪਰ ਟਰੈਕ ਕਰਦਾ ਤਾਂ ਮੈਂ ਦੇਖਦਾ ਚੀਜ਼ਾਂ ਨੂੰ, ਤਾਂ ਹੀ ਤੁਹਾਨੂੰ ਇਹ ਚੀਜ਼ਾਂ ਨੂੰ ਬਾਰ-ਬਾਰ ਸਟ੍ਰੈਸ ਦੇ ਕੇ ਦੱਸ ਰਿਹਾ, ਠੀਕ ਹੈ, ਕਿ ਬੰਬੇ ਸਿਟੀ ਨਹੀਂ ਹੈਗਾ। ਹੋਰ ਕਿਹੜਾ ਦੇਖੋ, ਮਹਾਰਾਸ਼ਟਰ, ਕਰਨਾਟਕ, ਸੈਂਟਰਲ ਪ੍ਰੋਵਿੰਸਿਸ, ਬਿਰਾੜ, ਠੀਕ ਹੈ। ਇਹ ਕੁਝ ਰੀਜਨ ਨੇਗੇ, ਬਸ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਆਪਾਂ ਨੇ। ਬੰਬੇ ਸਿਟੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇੱਥੋਂ ਹੀ ਕੈਚ ਬਣਦਾ ਹੈਗਾ, ਠੀਕ ਹੈ, ਇੱਥੋਂ ਹੀ ਐਗਜ਼ਾਮੀਨਰ ਨੂੰ ਇੱਕ ਮੌਕਾ ਮਿਲਦਾ ਹੈ ਕੁਐਸਚਨ ਪਾਉਣ ਦਾ।
ਆਪਾਂ ਹਮੇਸ਼ਾ ਮੇਰੇ ਫੋਕਸ ਹਮੇਸ਼ਾ ਇਹ ਹੁੰਦਾ ਹੈ ਕਿ ਮੈਂ ਐਗਜ਼ਾਮੀਨਰ ਦੇ ਪੈਰਾਂ ਦੇ ਵਿੱਚ ਪੈਰ ਪਾ ਕੇ ਦੇਖਾਂ ਕਿ ਉਹ ਕਿਸ ਤਰ੍ਹਾਂ ਸੋਚ ਰਿਹਾ ਹੋਊਗਾ, ਕਿਸ ਤਰ੍ਹਾਂ ਕੁਐਸਚਨ ਬਣਾ ਰਿਹਾ ਹੋਊਗਾ। ਜਦੋਂ ਵੀ ਆਪਾਂ ਕੋਈ ਚੀਜ਼ ਪੜ੍ਹਦੇ ਹਾਂ, ਜਦੋਂ ਆਪਾਂ ਥੋੜ੍ਹੇ ਜਿਹੇ ਪੇਪਰ ਦੇਖੇ ਹੁੰਦੇ ਨੇ ਆਪਾਂ ਨੇ, ਹੈ ਨਾ, ਠੀਕ ਹੈ, 20-50 ਪੇਪਰ ਦੇਖੇ ਹੁੰਦੇ ਨੇ, ਤਾਂ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਪੇਪਰ ਐਗਜ਼ਾਮੀਨਰ ਜਿਹੜਾ ਹੁੰਦਾ ਹੈ ਉਹ ਕੁਐਸਚਨ ਕਿਵੇਂ ਸੈੱਟ ਕਰ ਰਿਹਾ ਹੈਗਾ। ਹੁਣ ਮੈਨੂੰ ਕੁਛ ਇਸ ਸਾਰੇ ਪੇਜ ਦੇ ਵਿੱਚੋਂ ਕੋਈ ਕੁਐਸਚਨ ਬਣਾਉਣਾ ਹੋਊਗਾ, ਤਾਂ ਮੈਨੂੰ ਸਭ ਤੋਂ ਸੌਖਾ ਕੁਐਸਚਨ ਇਹ ਬਣਾਉਣਾ ਹੋਊਗਾ ਕਿ ਮੈਂ ਬੰਬੇ ਸਿਟੀ ਵਾਲਾ ਕੋਈ ਕੁਐਸਚਨ ਪਾ ਦਾਂ ਤੁਹਾਨੂੰ ਮੈਂ, ਠੀਕ ਹੈ ਨਾ। ਤਾਂ ਐਗਜ਼ਾਮੀਨਰ ਦੀ ਆਪਾਂ ਸੋਚ ਦੇ ਵਿੱਚ ਸੋਚ ਮਿਲਾ ਕੇ ਚੱਲਣੀ ਹੈਗੀ, ਠੀਕ ਹੈ, ਇਹੀ ਚੀਜ਼ ਹੈ। ਇਹ ਕਿੱਥੇ ਸੀਗੀ, ਇਹ ਓਪਰੇਟਡ ਇਨ ਰੈਸਟ ਆਫ ਇੰਡੀਆ, ਜਿਹੜੇ ਰੀਜਨ ਤਿਲਕ ਕਰ ਰਿਹਾ, ਠੀਕ ਹੈ, ਦੱਸਦੇ। ਜਿਹੜੀ ਬੇਸਨ ਦੀ ਲੀਗ ਸੀ ਇਹ ਸਾਰੇ ਦੇਸ਼ ਦੇ ਵਿੱਚ ਹੋਰ ਰਹੇਗੀ, ਇੰਕਲੂਡਿੰਗ ਜਿਹੜਾ ਬੰਬੇ ਹੈ, ਕਿਉਂਕਿ ਬੰਬੇ ਇੱਥੇ ਨਹੀਂ ਸੀਗਾ ਤਾਂ ਬੰਬੇ ਇੱਥੇ ਆਊਗਾ, ਠੀਕ ਹੈ। ਬੇਸੈਂਟ, ਬੀ ਫॉर ਬੀਸੈਂਟ, ਬੀ ਫॉर ਬੰਬੇ, ਠੀਕ ਹੈ। ਜਿਹੜੇ ਤਿਲਕ ਦੀ ਲੀਗ ਸੀ ਇਹਦੇ ਵਿੱਚ ਸਿਰਫ 6 ਬ੍ਰਾਂਚਿਸ ਸੀਗੀਆਂ। ਬੇਸੈਂਟ ਦੇ ਲੀਗ 'ਚ 200 ਬ੍ਰਾਂਚਿਸ, ਦੇਖੋ ਕੋਈ ਨੇੜੇ ਤੇੜੇ ਵੀ ਨਹੀਂ ਹੈਗੀ ਮਤਲਬ ਕੰਪੈਰੀਜ਼ਨ, ਠੀਕ ਹੈ, ਧਿਆਨ ਰੱਖਣਾ। ਇਸੇ ਕਰਕੇ ਜਿਹੜਾ ਰੈਸਟ ਆਫ ਇੰਡੀਆ ਦੇ ਵਿੱਚ ਸੀਗਾ ਉਹ ਬੇਸੈਂਟ ਸੀ। ਤਿਲਕ ਦੀ ਲੀਗ ਕੁਛ ਰੀਜਨ ਦੇ ਵਿੱਚ ਸੀਗੀ। ਇੱਕ ਚੀਜ਼ ਹੋਰ ਹੈ ਕਿ ਜਿਹੜੀ ਬੇਸੈਂਟ ਦੀ ਲੀਗ ਹੈ ਉਹ ਲੂਜ਼ਲੀ ਆਰਗੇਨਾਈਜ਼ਡ ਹੈ। ਦੇਖੋ ਤੁਸੀਂ ਆਪ ਹਿਸਾਬ ਲਗਾਓ ਵੀ 200 ਬ੍ਰਾਂਚਿਸ ਨੇ, ਠੀਕ ਹੈ ਨਾ, 200 ਜਗ੍ਹਾ 'ਤੇ ਕੰਮ ਚੱਲ ਰਿਹਾ, ਤਾਂ ਫਿਰ ਵੀ ਕਿਤੇ ਨਾ ਕਿਤੇ ਲੂਜ਼ ਸੀਗਾ, ਠੀਕ ਹੈ ਨਾ, ਇੰਨਾ ਆਰਗੇਨਾਈਜ਼ਡ ਨਹੀਂ ਸੀਗਾ। ਤਿਲਕ ਦੀ ਲੀਗ ਕਾਫੀ ਆਰਗੇਨਾਈਜ਼ਡ ਸੀਗੀ, ਠੀਕ ਹੈ, ਕੰਪੇਅਰ ਟੂ ਤਿਲਕ ਦੀ ਲੀਗ। ਜਿਹੜੀ ਬੇਸੈਂਟ ਦੀ ਲੀਗ ਸੀ, ਜਿਹੜੀ ਜ਼ਿਆਦਾ ਬ੍ਰਾਂਚਿਸ ਵਾਲੀ ਲੀਗ ਸੀਗੀ, ਉਹ ਲੂਜ਼ਲੀ ਆਰਗੇਨਾਈਜ਼ਡ ਸੀਗੀ, ਉਹ ਜ਼ਿਆਦਾ ਆਰਗੇਨਾਈਜ਼ਡ ਨਹੀਂ ਸੀਗੀ। ਇਹਨਾਂ ਦੇ ਸੈਕਟਰੀ ਕੌਣ ਸੀਗੇ ਇਸ ਲੀਗ ਦੇ? ਜਾਰਜ ਅਰੁੰਡਲੇ, ਠੀਕ ਹੈ। ਇਹ ਇਨੀ ਬੇਸੈਂਟ ਦੇ ਕਾਫੀ ਕੰਪੈਟਰੀਏਟ ਰਹੇ ਨੇਗੇ, ਨਾਲ ਰਹੇ ਨੇ ਹਮੇਸ਼ਾ ਇਹਨਾਂ ਦੇ, ਠੀਕ ਹੈ, ਹੋਰ ਵੀ ਜਗ੍ਹਾ 'ਤੇ ਨਾਲ ਰਹੇ ਨੇ ਜਾਰਜ ਅਰੁੰਡਲੇ। ਤਿਲਕ ਦੀ ਜਿਹੜੀ ਲੀਗ ਸੀ ਉਹਦੇ ਹੈੱਡਕੁਆਟਰ ਆਪਣੇ ਕੋਲ ਆਉਂਦੇ ਨੇ ਪੂਨਾ ਦੇ ਵਿੱਚ, ਕਿਉਂਕਿ ਵੈਸਟ ਇੰਡੀਆ ਦੇ ਵਿੱਚ ਹੀ ਜ਼ਿਆਦਾ ਇਨਫਲੂਐਂਸ ਰਹੀ ਹੈ ਤਿਲਕ ਦੀ। ਚਲੋ ਜੀ, ਇਹ ਕੁਛ ਡਿਫਰੈਂਸ ਸੀਗੇ ਦੋਨਾਂ ਲੀਗਸ ਦੇ ਵਿੱਚ। ਅਗੇਨ ਦੋਨੇ ਲੀਗਸ ਸੈਪਰੇਟ ਸੀ ਇੱਕ ਦੂਸਰੇ ਤੋਂ, ਠੀਕ ਹੈ। ਹੁਣ ਆਪਾਂ ਥੋੜ੍ਹਾ ਜਿਹਾ ਇਨੀ ਬੇਸੈਂਟ ਬਾਰੇ ਦੇਖ ਲਈਏ, ਕਿਉਂਕਿ ਕਾਫੀ ਇੰਪੋਰਟੈਂਟ ਪਰਸਨੈਲਿਟੀ ਬਣ ਜਾਂਦੇ ਸਾਡੇ ਇੰਡੀਅਨ ਫਰੀਡਮ ਸਟਰਗਲ ਦੇ ਵਿੱਚ। ਇੱਕ ਤਾਂ ਪਹਿਲਾਂ ਇਹ ਆਇਰਲੈਂਡ ਤੋਂ ਆਏ ਸੀ। ਆਇਰਲੈਂਡ ਦੇ ਥੀਓਸੋਫਿਸਟ ਸੀਗੇ। ਥੀਓਸੋਫਿਸਟ ਕੀ ਹੁੰਦਾ? ਹੁਣ ਦੇਖੋ, ਥੀਓਸੋਫਿਸਟ ਇੱਕ ਨਈ ਆਈਡੀਓਲੋਜੀ ਸੀਗੀ। ਥੀਓਸੋਫਿਸਟਸ ਕਹਿੰਦੇ ਆਪਾਂ ਉਹਨਾਂ ਨੂੰ, ਜਿਹੜੇ ਕਿ ਸਾਡੇ ਓਰੀਐਂਟ ਰਿਲੀਜਨ, ਓਰੀਐਂਟ ਸਮਝਦੇ ਮਤਲਬ ਇੱਕ ਓਰੀਐਂਟ ਦਾ ਪੱਕਾ ਹੁੰਦਾ, ਠੀਕ ਹੈ, ਉਹਨੂੰ ਤਾਂ ਭੁੱਲ ਜਾਓ ਤੁਸੀਂ ਫਿਲਹਾਲ ਲਈ। ਇੱਕ ਓਰੀਐਂਟ ਦਾ ਮਤਲਬ ਹੁੰਦਾ ਈਸਟ, ਠੀਕ ਹੈ, ਜਿਵੇਂ ਸਾਡਾ ਇੰਡੀਆ ਹੋ ਗਿਆ, ਚਾਈਨਾ ਹੋ ਗਿਆ, ਮਤਲਬ ਜਿਹੜੇ ਈਸਟ ਦੇ ਨੇ, ਜਿਵੇਂ ਅਮੈਰੀਕਾ ਹੋ ਗਿਆ, ਇੰਗਲੈਂਡ ਹੋ ਗਿਆ, ਉਹ ਸਾਰੇ ਵੈਸਟ ਹੋ ਗਏ। ਤਾਂ ਹੁਣ ਜੋ ਵੀ ਈਸਟ ਦਾ ਕਲਚਰ ਹੈ ਅਸੀਂ ਉਹਨੂੰ ਓਰੀਐਂਟਲ ਕਲਚਰ ਕਹਿੰਦੇ ਹਾਂ। ਤੁਸੀਂ ਈਸਟ ਨੂੰ ਹੀ ਸਮਝ ਲਓ ਕਿ ਈਸਟ ਇਜ਼ ਇਕੁਅਲ ਟੂ ਓਰੀਐਂਟਲ, ਠੀਕ ਹੈ। ਤਾਂ ਜਿਹੜੇ ਇਹ ਥੀਓਸੋਫਿਸਟ ਸੀਗੇ, ਇਹਨਾਂ ਦੀ ਕੀ ਅਪਰੋਚ ਸੀਗੀ ਕਿ ਜਿਹੜੇ ਈਸਟ ਦੇ ਰਿਲੀਜਨ ਨੇ, ਹਿੰਦੂਇਜ਼ਮ ਹੋ ਗਿਆ, ਠੀਕ ਹੈ, ਹੋਰ ਜੈਨਿਜ਼ਮ, ਬੁੱਧਿਜ਼ਮ, ਐਸੇ ਜਿਹੜੇ ਰਿਲੀਜਨ ਨੇਗੇ, ਇਹਨਾਂ ਨੂੰ ਅਸੀਂ ਰਿਵਾਈਵ ਕਰਨਾ ਦੁਬਾਰੇ, ਫਿਰ ਇਹਨਾਂ ਦੀ ਜਿਹੜੀ ਆਈਡੀਓਲੋਜੀਜ਼ ਨੇ ਰਿਵਾਈਵ ਕਰਨਾ ਇਹਨਾਂ ਨੂੰ, ਠੀਕ ਹੈ। ਤਾਂ ਇਹੋ ਜਿਹੇ ਕੁਛ ਲੋਕ ਸੀ, ਅਸੀਂ ਜ਼ਿਆਦਾ ਨਹੀਂ ਸਮਝਣਾ, ਠੀਕ ਹੈ, ਦੱਸ ਤੁਹਾਨੂੰ, ਕਿਉਂਕਿ ਵਰਡ ਆ ਗਿਆ ਇੱਕ ਵਾਰੀ, ਕਈ ਵਾਰੀ ਵਰਡ ਕੀ ਹੁੰਦਾ ਆਪਾਂ ਨੂੰ ਨਾ ਸਮਝ ਆਵੇ ਤਾਂ ਆਪਣੇ ਦਿਮਾਗ 'ਚ ਵੱਜਦਾ ਰਹਿੰਦਾ। ਤਾਂ ਉਸ ਕਨਫਿਊਜ਼ਨ ਨੂੰ ਹਟਾਉਣ ਵਾਸਤੇ ਮੈਂ ਸਿਰਫ ਸਮਝਾ ਰਿਹਾ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਨਾ ਇੰਪੋਰਟੈਂਟ ਨਹੀਂ ਹੈਗਾ ਕਿ ਤੁਸੀਂ ਸੋਚੀ ਜਾਓ ਵੀ ਥੀਓਸੋਫਿਸਟ ਹੁੰਦਾ ਕੀ ਹੈ, ਤਾਂ ਸਮਝਾ ਰਿਹਾ। ਇਹ ਜਸਟ ਇੱਕ ਆਰਗੇਨਾਈਜੇਸ਼ਨ ਸੀਗੀ, ਇੱਕ ਐਸੋਸੀਏਸ਼ਨ ਸੀਗੀ, ਇੱਕ ਸੰਸਥਾ ਸੀਗੀ, ਜਿਹੜੀ ਕਿ ਓਰੀਐਂਟਲ ਰਿਲੀਜਨਸ ਨੂੰ ਜਾਂ ਈਸਟ ਦੇ ਰਿਲੀਜਨਸ ਨੂੰ ਰਿਵਾਈਵ ਕਰਨਾ ਚਾਹੁੰਦੀ ਸੀ, ਬਸ ਇੰਨਾ ਕੁ ਯਾਦ ਰੱਖੋ, ਠੀਕ ਹੈ। ਆਇਰਲੈਂਡ ਦੀ ਸੀਗੀ ਇਹ ਜਿਹੜੀ ਇਨੀ ਬੇਸੈਂਟ ਸੀ, ਆਇਰਲੈਂਡ ਤੋਂ ਆਈ ਸੀਗੀ। ਬੇਸਡ ਇਨ ਇੰਡੀਆ ਕਦੋਂ ਆਈ ਸੀ ਇਹ? 1896 ਦੇ ਵਿੱਚ। 1896 ਦੇ ਵਿੱਚ ਆਇਰਲੈਂਡ ਦੇ ਵਿੱਚ ਆਈ ਸੀਗੀ, ਆਪਣੇ ਇੰਡੀਆ ਦੇ ਵਿੱਚ ਆਈ ਸੀ ਆਇਰਲੈਂਡ ਤੋਂ, ਠੀਕ ਹੈ। ਇਹਨੇ ਕੁਛ ਨਿਊਜ਼ਪੇਪਰਸ ਵੀ ਮਤਲਬ ਇਹਨੇ ਲਾਂਚ ਕੀਤੇ। ਇਹ ਨਾਮ ਕਾਫੀ ਇੰਪੋਰਟੈਂਟ ਨੇ ਜੀ ਨਿਊਜ਼ਪੇਪਰਸ ਦੇ, ਨਿਊ ਇੰਡੀਆ ਅਤੇ ਕਾਮਨਵੈਲਥ। ਸਿੱਧਾ ਕੁਐਸਚਨ ਆ ਜਾਂਦਾ ਵੀ ਇਨੀ ਬੇਸੈਂਟ ਦੇ ਨਿਊਜ਼ਪੇਪਰ ਕਿਹੜੇ ਸੀਗੇ? ਨਿਊ ਇੰਡੀਆ ਅਤੇ ਕਾਮਨਵੈਲਥ, ਬਹੁਤ ਇੰਪੋਰਟੈਂਟ ਹੈ ਜੀ ਇਹ, ਠੀਕ ਹੈ ਜੀ। ਇਹਨੇ ਇੱਕ ਆਪਣਾ ਇੱਕ ਕਾਲਜ ਵੀ ਬਣਾਇਆ ਸੀਗਾ। ਆਪਾਂ ਅੱਗੇ ਵੈਸੇ ਜਦੋਂ ਐਜੂਕੇਸ਼ਨ ਰਿਫੋਰਮਸ ਪੜ੍ਹਾਂਗੇ ਉਦੋਂ ਪੜ੍ਹਾਂਗੇ, ਠੀਕ ਹੈ। ਇਹਨੇ ਇੱਕ ਯੂਨੀਵਰਸਿਟੀ ਹੈਲਪ ਕੀਤੀ ਸੈਟਅਪ ਕਰਨ ਦੇ ਵਿੱਚ, ਜੋ ਕਿ ਬਾਅਦ ਦੇ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਬਣੀ ਸੀਗੀ ਮਦਨ ਮੋਹਨ ਮਾਲਵੀਆ ਦੇ ਦੁਆਰਾ। ਇਹਨੇ ਦੇਖੋ ਇੱਕ ਪਹਿਲਾ ਕਾਲਜ ਜਾਂ ਯੂਨੀਵਰਸਿਟੀ ਬਣਾ ਦਿੱਤੀ, ਠੀਕ ਹੈ। ਅੱਗੇ ਚੱਲ ਕੇ ਉਹ BHU ਬਣੀ, ਜਿਹੜੀ ਅੱਜ ਆਪਣੇ ਕੋਲੇ ਬਨਾਰਸ ਹਿੰਦੂ ਯੂਨੀਵਰਸਿਟੀ ਹੈ, ਬਲਕਿ IIT ਬਿਹੂ ਵੀ ਕਹਿੰਦੇ ਆਪਾਂ ਉਹਨਾਂ ਨੂੰ। ਇਹ ਜਦੋਂ ਇਹ ਮਦਨ ਮੋਹਨ ਮਾਲਵੀਆ ਨੇ ਇਸ ਯੂਨੀਵਰਸਿਟੀ ਨੂੰ BHU ਬਣਨ ਦੇ ਵਿੱਚ ਹੈਲਪ ਕੀਤੀ ਸੀਗੀ, ਠੀਕ ਹੈ। ਪਹਿਲਾਂ ਇਨੀ ਬੇਸੈਂਟ ਨੇ ਇੱਕ ਆਰਗੇਨਾਈਜੇਸ਼ਨ ਬਣਾਈ, ਇੱਕ ਯੂਨੀਵਰਸਿਟੀ ਬਣਾਈ, ਉਹੀ ਅੱਗੇ ਚੱਲ ਕੇ BHU ਬਣੀ, ਕਿਹਦੇ ਅੰਡਰ? ਮਦਨ ਮੋਹਨ ਮਾਲਵੀਆ ਦੇ ਅੰਡਰ। ਇਹ ਪੜ੍ਹਾਂਗੇ ਆਪਾਂ, ਅੱਗੇ ਪੜ੍ਹਾਂਗੇ। ਉਹ ਤਾਂ ਇਨੀ ਬੇਸੈਂਟ ਦਾ ਜ਼ਿਕਰ ਆਇਆ ਤਾਂ ਥੋੜ੍ਹਾ ਜਿਹਾ ਡਿਸਕਸ ਕਰ ਲਿਆ ਆਪਾਂ ਨੇ, ਠੀਕ ਹੈ। ਹੁਣ ਦੇਖੋ ਗਵਰਨਮੈਂਟ ਦਾ ਐਟੀਟਿਊਡ ਕੀ ਸੀਗਾ ਕਿਹਦੇ ਪ੍ਰਤੀ? ਹੋਮ ਰੂਲ ਲੀਗ ਪ੍ਰਤੀ, ਹੋਮ ਰੂਲ ਮੂਵਮੈਂਟ ਦੇ ਪ੍ਰਤੀ। ਬਿਲਕੁਲ ਪੀਸਫੁਲ ਸੀਗੀ। ਕੁਛ ਇਹ ਤੋਂ ਇੱਕ ਧਰਨੇ ਜ਼ਿਆਦਾ ਨਹੀਂ ਕਰਦੇ ਸੀਗੇ, ਕਿਉਂਕਿ ਇਹਨਾਂ ਦੇ ਦਿਮਾਗ 'ਚ ਵੀ ਇਹੀ ਚੀਜ਼ ਸੀਗੀ ਕਿ ਹਾਂ ਵਾਰ ਚੱਲ ਰਹੀ ਹੈ, ਆਪਾਂ ਜ਼ਿਆਦਾ ਤੰਗ ਨਾ ਕਰੀਏ ਅੰਗਰੇਜ਼ ਸਰਕਾਰ ਨੂੰ, ਠੀਕ ਹੈ। ਇਹਨਾਂ ਦੇ ਦਿਮਾਗ ਵੀ ਕਿਤੇ ਨਾ ਕਿਤੇ ਸੀਗੀ
बट स्टिल ये क्यों चाहते सी भी ਆਪਾਂ मूवमेंट फिर भी करिए। ਹੁਣ देखो ਜਿਹੜੇ ਮੋਡਰੇਟ ਸੀਗੇ ਇਹ ਤਾਂ ਬਿਲਕੁਲ ਹੀ ਚੁੱਪ ਕਰਨ ਦੇ ਹੱਕ ਦੇ ਵਿੱਚ ਸੀਗੇ ਵੀ ਬਿਲਕੁਲ ਚੁੱਪ ਕਰਕੇ ਬੈਠਣਾ ਚਾਹੀਦਾ, ਠੀਕ ਹੈ। बट होम रूल मूवमेंट एक साढ़े वास्ते बून बन के सामने आई, एक साढ़े वास्ते वरदान बन के सामने आई, क्योंकि तुसी देखो असी जी पहला पढ़ के आए हैं 1907 तक चीज़ां एक्टिव रही सी ज़्यादातर, ठीक है। उस तो बाद ज़्यादा कुछ अपने को पोलीटिकल एक्टिविटी नहीं सी, सिर्फ फिर उस तो बाद की सी रेवोल्यूशनरी रह गए थे ਜਿਹੜੇ कि इंडिविजुअली कुछ कर रहे सी, ठीक है। कोई मतलब ऑर्गेनाइज्ड तरीके नाल अपने कोल कोई नैशनल लैवल पर कोई चीज़ नहीं सी, ठीक है। इस तो बाद गांधी जो आता है, गांधी 1915 तो बाद आता है अपने को, गांधी 1915 तो 1917 तो बाद काम करने लगता अपने ते जोड़ा कि नैशनल फ्रीडम का काम है अपना, ठीक है। तो यही जो 10 सालों का गैप सीगा ना, ये बिल्कुल वैक्यूम वाला सीगा, इत्थे वैक्यूम सी, बिल्कुल कोई भी पोलीटिकल एक्टिविटी नहीं सीगी। इस करके होम रूल मूवमेंट एक पोलीटिकल एक्टिविटी साढ़े को बन के आई भी बिल्कुल वैक्यूम ना होवे ते कुछ ना कुछ चाहे थोड़ी ही सी एक्टिविटी चलती रहे, ठीक है ना, लोगों का मोराल ना डिगे। तो एक होम रूल मूवमेंट की वड्डी एक कंट्रीब्यूशन है कि इसने पोलीटिकल वैक्यूम नहीं आने दिता हैगा, ठीक है। जो कोई होर वड्डी मूवमेंट नहीं चल रही सी उस टाइम पर इसने लोगों का मोराल बूस्टर करने में हेल्प की। तो यही रीजन सी गवर्नमेंट के एटीट्यूड का, गवर्नमेंट ने सवीयर रिप्रेशन की, बुरी तरह इन्हों दबाने की कोशिश की कि यह मूवमेंट्स नहीं होनी चाहिए, ठीक है ना। फिर भी हालांकि बिल्कुल पीसफुल से ये सुब्रमण्यम अय्यर से एक, ठीक है। इस जो रिप्रेशन इन्नी हुई, ठीक है, तू ध्यान रखना तुसीं कदों HRM होम रूल मूवमेंट चल रही सी, अंग्रेज़ सरकार ने दबाया तो सुब्रमण्यम अय्यर ने इस विरोध के अपना नाइटहुड वापस करता, जोड़ा कि पहला उन्होंने ब्रिटिश सरकार ने ही दिता सीगा। देखो अवार्ड वापसी तो अपने हुण भी चलती, अजकल भी चलती है ना, तो उस चीज़ तो आप समझ सकते हैं भी जो भी सरकार कोई धक्का करने की कोशिश करती है, जोड़े साढ़े इंटलैक्चुअल्स ने, स्कॉलर्स ने, वो की करते हैं अपने अवार्ड वापस करके एक प्रोटेस्ट दिखाते हैं भी हाँ असी थोड़े नाल सहमत नहीं है चीज़, ठीक है ना, एक प्रोटेस्ट करने का जरिया होंगे। उस तरह सुब्रमण्यम अय्यर ने अपना नाइटहुड वापस करता सी। असी अगे पढ़ांगे रोल्ट एक्ट तो बाद, जलियांवाला बाग तो बाद भी रविंद्रनाथ टैगोर, गांधी जी ने तो कई लोगों ने अपने अवार्ड्स वापस किए, वो भी आप आने वाले टाइम देखेंगे, ठीक है। पॉजिटिव गेम्स, ठीक है, कि होम रूल मूवमेंट की कंट्रीब्यूशन की रही है, ठीक है। असी नैक्सट स्लाइड के पढ़ांगे कि एक तो इन्होंने असी देखा सी सूरत के 1907 के सूरत स्प्लिट होया सीगा, ठीक है। स्प्लिट के की सी मॉडरेट से एक्सट्रीमिस्ट अलग अलग हो गए सी। होम रूल मूवमेंट की वड्डी कंट्रीब्यूशन यही रही कि इट इन्फ्लुएंसड मॉडरेट एक्सट्रीमिस्ट रीयूनीयन, ठीक है। स्प्लिट तो हो गया बट हुण रीयूनीफाई हो गए, दोबारा फिर यूनीफाई हो गए किहदी बदौलत, होम रूल मूवमेंट की बदौलत। किसी बहुत हद तक होम रूल मूवमेंट तो प्रिसाइजली तिलक ने बहुत वड्डी कंट्रीब्यूशन सी बाल गंगाधर तिलक की दोबारा फिर यूनीफाई करने दे विच। कदों यूनीफाई हो गए सी फाइनली ये लखनऊ के 1916 के एग्जैक्टली 10 साल बाद यूनीफाई हो गए सी, ठीक है। 1907 के स्प्लिट होया सीगा, 1916 के लखनऊ सैशन जिहड़ा सीगा वो दोनों का इकट्ठियां दा सी दोबारे फिर। इदों पहला कोई भी होना जिहड़ा 1907 तो बाद कोई भी सैशन इन्हां दा इकट्ठा नहीं होया सीगा। एम्फेसिस शिफ्टेड टू मास परमानेंटली। ਤੁਹਾਨੂੰ मैं दसिया सी कि ਜਿਹੜੇ मॉडरेट्स ਸੀਗੇ ਇਹ ਮਾਸਿਸ 'ਤੇ ਬਿਲਕੁਲ ਬਿਲੀਵ ਨਹੀਂ ਕਰਦੇ ਸੀਗੇ, ਠੀਕ ਹੈ। ਇਹਨਾਂ ਨੂੰ ਸੀਗਾ ਕਿ ਮਾਸਿਸ ਹਾਲੇ ਰੈਡੀ ਨਹੀਂ ਹੈਗੇ ਕੰਮ ਕਰਨ ਵਾਸਤੇ, ਪੋਲੀਟੀਕਲ ਕੰਮ ਕਰਨ ਵਾਸਤੇ। ਜਿਹੜੇ ਐਕਸਟ੍ਰੀਮਿਸਟ ਸੀ ਇਹ ਥੋੜਾ ਯਕੀਨ ਕਰਦੇ ਸੀ ਵੀ ਹਾਂ ਮਾਸਿਸ ਹੋਣੇ ਚਾਹੀਦੇ ਨੇ, ਬਿਨਾਂ ਮਾਸਿਸ ਤੋਂ ਗੱਲ ਨਹੀਂ ਬਣਨੀ, ਠੀਕ ਹੈ। बट एक यकीन तो करते बट फिर भी नाल जोड़न दे विच इन्ने समर्थ नहीं सीगे, ठीक है, इन्ने कामयाब ना हो पाए कि लोगों नाल जोड़े। होम रूल मूवमेंट मैं तुहानूं पहला भी दस के आया कि ये लोगों नाल जोड़न दे विच बहुत कामयाब रही सीगी, ठीक है। इस तो बाद मासिस एक परमानेंट फिनोमना बन गई सी साडी इंडियन नैशनल मूवमेंट का। जे असीं गल करिए एक परमानेंट फिनोमना बन गई सी कि हुण तां मासिस तो बिना गल बनदी ही कोई नहीं। ईवन कि जिहड़ी गांधी दे साडे प्रोटेस्ट सीगे, गांधी दे मूवमेंट सीगियां वो टोटली मास बेस्ड सीगियां। ये तां आपां नूं पता है कि पूरे लोगों के कट्ठ नूं नाल लैके चलदे सी गांधी जी, ठीक है, पूरे मास बेस्ड सीगे। तां होम रूल मूवमेंट एक वड्डा फैक्टर सीगा कि लोगों नूं पहलां ही तैयार करके रखिया होया सीगा। इस तों बाद देखो गांधी जी पढ़ांगे आपां सारे। इस तों बाद जिहड़ी भी साडी फ्रीडम स्ट्रगल है वो पूरी की पूरी गांधी ओरीएंटेड है, गांधी सेंटर्ड है, गांधी डोमीनेटेड है, ठीक है ना। ये चीज़ पढ़ांगे आपां। ਤਾਂ ਹੋਮ ਰੂਲ ਮੂਵਮੈਂਟ ਨੇ ਇੱਕ ਗਰਾਊਂਡ ਤਿਆਰ ਕਰਤਾ ਸੀ ਮਾਸਿਸ ਦੇ ਪਾਰਟਿਸਿਪੇਸ਼ਨ ਵਾਸਤੇ, ਠੀਕ ਹੈ ਨਾ। ਇਹ ਵੱਡੀ ਕੰਟਰੀਬਿਊਸ਼ਨ ਹੈ। ਐਮਫੈਸਿਸ ਸ਼ਿਫਟਡ ਟੂ ਮਾਸਿਸ ਪਰਮਾਨੈਂਟਲੀ, ਠੀਕ ਹੈ ਨਾ। ਹੁਣ ਜਿਹੜਾ ਸਾਰਾ ਦਾਰਮਦਾਰ ਸੀ ਉਹ ਮਾਸਿਸ ਦੇ ਉੱਪਰ ਆਉਣ ਵਾਲਾ ਸੀ ਆਉਣ ਵਾਲੇ ਟਾਈਮ ਦੇ ਵਿੱਚ, ਠੀਕ ਹੈ। ਤਾਂ ਹੋਮ ਰੂਲ ਮੂਵਮੈਂਟ ਇਹਦੇ ਵਿੱਚ ਵੱਡੀ ਸਹਾਈ ਬਣੀ। ਅਗਸਤ ਡੈਕਲੇਰੇਸ਼ਨ ਆਫ 1917 ਬਾਏ ਮੌਂਟੇਗਿਊ। ਹੁਣ ਅਸੀਂ ਕੀ ਪੜ੍ਹ ਰਹੇ ਹਾਂ, ਹੋਮ ਰੂਲ ਮੂਵਮੈਂਟ ਦੀ ਕੰਟਰੀਬਿਊਸ਼ਨ ਕੀ ਸੀ, ਉਹਦੇ ਪੋਜ਼ੀਟਿਵ ਗੇਨਸ ਕੀ ਸੀਗੇ, ਠੀਕ ਹੈ, ਇਹ ਚੀਜ਼ ਪੜ੍ਹ ਰਹੇ ਹਾਂ। ਤਾਂ ਇੱਕ ਵੱਡਾ ਗੇਨ ਇਹ ਸੀਗਾ कि साडा उस टाइम मॉन्टेग्यू सैक्रटरी ऑफ स्टेट सीगा, सैक्रटरी ऑफ स्टेट। असी देखिया सी
1858 ਤੋਂ ਬਾਅਦ ਕੀ ਹੋਇਆ ਸੀ, ਜਿਹੜਾ ਸਾਡਾ ਕੋਰਟ ਆਫ ਡਾਇਰੈਕਟਰ ਸੀ ਤੇ ਬੋਰਡ ਆਫ ਗਵਰਨਰ ਸੀਗੇ, ਬੋਰਡ ਆਫ ਕੰਪਨੀ ਸੀਗੇ, ਉਹ ਹਟ ਕੇ ਹੁਣ ਇੱਕ ਸੈਕਟਰੀ ਆਫ ਸਟੇਟ ਇੱਕ ਨਵਾਂ ਆਫਿਸ ਬਣ ਗਿਆ ਸੀ 1858 ਦੇ ਵਿੱਚ, ਠੀਕ ਹੈ। ਤੇ ਉਹੀ ਸੈਕਟਰੀ ਆਫ ਸਟੇਟ ਹੈਗਾ ਉਹਦਾ ਉਸ ਟਾਈਮ ਕੌਣ ਸੀ, ਇਹ ਮੌਂਟੇਗਿਊ। ਤਾਂ ਮੌਂਟੇਗਿਊ ਨੇ, ਇਹ ਲੰਡਨ ਦੇ ਵਿੱਚ ਆਫਿਸ ਹੈ ਜੀ, ਇੰਡੀਆ ਦੇ ਵਿੱਚ ਨਹੀਂ ਹੈਗਾ, ਧਿਆਨ ਰੱਖਣਾ, ਇਹ ਲੰਡਨ ਦੇ ਵਿੱਚ ਆਫਿਸ ਹੈਗਾ, ਸੈਕਟਰੀ ਆਫ ਸਟੇਟ ਫॉर ਇੰਡੀਆ ਹੈਗਾ, ਪਰ ਉਹ ਬੈਠਦਾ ਕਿੱਥੇ ਹੈ, ਲੰਡਨ ਦੇ ਵਿੱਚ ਬੈਠਦਾ। ਤਾਂ ਉਸ ਟਾਈਮ ਇਹ ਸੀਗਾ ਮੌਂਟੇਗਿਊ। ਤਾਂ ਇਹਨੇ ਇੱਕ ਡੈਕਲੇਰੇਸ਼ਨ ਦਿੱਤੀ, ਕਾਫੀ ਫੇਮਸ ਹੈ, ਬਲਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਇਹੀ ਸਟੇਟਮੈਂਟ ਆ ਸਕਦੀ ਹੈ ਕਿ 1917 ਦੀ ਜਿਹੜੀ ਅਗਸਤ ਡੈਕਲੇਰੇਸ਼ਨ ਹੈ ਉਹ ਕਿਹਨੇ ਦਿੱਤੀ ਸੀਗੀ, ਠੀਕ ਹੈ। ਤਾਂ ਆਨਸਰ ਵਿਲ ਬੀ ਮੌਂਟੇਗਿਊ। ਤਾਂ ਇਹ ਡੈਕਲੇਰੇਸ਼ਨ ਦੇ ਵਿੱਚ ਕੀ ਕੁਝ ਸੀਗਾ, ਦੇਖੋ ਧਿਆਨ ਦਿਓ। ਇਹ ਡੈਕਲੇਰੇਸ਼ਨ ਦੇ ਰਿਹਾ ਹੁਣ ਸੈਲਫ ਗਵਰਨਮੈਂਟ ਫॉर ਇੰਡੀਅਨਸ, ਸੈਲਫ ਗਵਰਨਮੈਂਟ ਜਿਹੜੀ ਚੀਜ਼ ਹੀ ਅਸੀਂ ਮੰਗ ਕਰ ਰਹੇ ਹਾਂ ਇੰਨੇ ਟਾਈਮ ਤੋਂ, ਉਹ ਚੀਜ਼ ਦੇਣ ਦਾ ਇਹਨੇ ਵਾਅਦਾ ਕਰਤਾ। ਸੈਲਫ ਗਵਰਨਮੈਂਟ ਫॉर ਇੰਡੀਅਨ ਟੂ ਬਿਕਮ ਅ ਗਵਰਨਮੈਂਟ ਪੋਲਿਸੀ। ਇਹ ਕਹਿ ਰਿਹਾ ਵੀ ਹਾਂ ਅਸੀਂ ਸੋਚ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੋਸੀਬਿਲਿਟੀ ਹੈਗੀ ਹੈ। ਤਾਂ ਇਹ ਪਹਿਲੀ ਵਾਰੀ ਹੋਇਆ ਸੀ ਜਦੋਂ ਅੰਗਰੇਜ਼ ਸਰਕਾਰ ਨੇ ਇਸ ਚੀਜ਼ ਵੱਲ ਥੋੜ੍ਹਾ ਜਿਹਾ ਹੱਥ ਧਰਾਇਆ ਸੀਗਾ ਵੀ ਹਾਂ ਵੀ ਸਾਡੇ ਦਿਮਾਗ 'ਚ ਇਹ ਚੀਜ਼ ਹੈਗੀ ਹੈ। ਇਸ ਤੋਂ ਪਹਿਲਾਂ ਕੀ ਸੀ, ਮੋਰਲੇ ਵੀ ਸੀਗਾ, ਠੀਕ ਹੈ। ਇਸ ਤੋਂ ਪਹਿਲਾਂ ਜਿਹੜਾ SOS ਸੀਗਾ, ਮੋਰਲੇ ਵੀ SOS ਹੈ, ਇਸ ਤੋਂ ਪਹਿਲਾਂ ਸੀਗਾ 1909 ਦੇ ਵਿੱਚ। 1909 ਦੇ ਵਿੱਚ ਕਿਹਦੀ ਸਟੇਟਮੈਂਟ ਆਈ ਸੀ SOS ਦੀ, ਸੈਕਟਰੀ ਆਫ ਸਟੇਟ ਦੀ, ਕਿ ਨਹੀਂ ਬਿਲਕੁਲ ਵੀ ਨਹੀਂ, ਤੁਸੀਂ ਕੈਪੇਬਲ ਹੈ ਹੀ ਨਹੀਂ। ਸਿੱਧਾ ਇਹ ਬੰਦੇ ਨੇ ਇਹ ਗੱਲ ਡਿਕਲੇਰੇਸ਼ਨ, ਇਹ ਸਟੇਟਮੈਂਟ ਦਿੱਤੀ ਸੀ ਕਿ ਨਹੀਂ ਤੁਸੀਂ ਇੰਡੀਅਨਸ ਆਪਣੇ ਆਪ ਨੂੰ ਰੂਲ ਕਰਨ ਦੇ ਲਾਇਕ ਨਹੀਂ ਹੈਗੇ, ਐਂਡ ਵੀ ਆਰ ਗੋਇੰਗ ਟੂ ਸਟੇ ਹੇਅਰ ਫॉर ਈਵਨ ਲੌਂਗਰ ਟਾਈਮ, ਠੀਕ ਹੈ। ਤਾਂ ਮੋਰਲੇ ਕਹਿੰਦਾ ਕਿ ਹਾਂ ਅਸੀਂ ਇੱਥੇ ਹੀ ਰਹਿਣ ਵਾਲੇ ਹਾਂ, ਠੀਕ ਹੈ ਨਾ, ਤਾਂ ਤੁਹਾਨੂੰ ਹਲੇ ਕੋਈ ਰੂਲ ਕਰਨ ਦਾ ਮੌਕਾ ਨਹੀਂ ਮਿਲਣਾ ਹੈਗਾ, ਤੁਹਾਨੂੰ ਦੇ ਨਹੀਂ ਸਕਦੇ ਅਸੀਂ। ਤਾਂ ਇੱਕ ਵੱਡਾ ਚੇਂਜ ਸੀਗਾ 1917 ਦੀ ਡੈਕਲੇਰੇਸ਼ਨ ਦੇ ਵਿੱਚ। ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ ਡੈਕਲੇਰੇਸ਼ਨ। ਇਹ ਡੈਕਲੇਰੇਸ਼ਨ ਵਿੱਚ ਪਹਿਲੀ ਵਾਰੀ ਇਹ ਕਿਹਾ ਗਿਆ ਕਿ ਹਾਂ ਗਵਰਨਮੈਂਟ ਦੀ ਪੋਲਿਸੀ ਹੋਣ ਵਾਲੀ ਹੈ, ਇਹ ਗਵਰਨਮੈਂਟ ਦੇ ਦਿਮਾਗ 'ਚ ਇਹ ਚੀਜ਼ ਹੈਗੀ ਹੈ ਕਿ ਇੰਡੀਅਨਸ ਨੂੰ ਸੈਲਫ ਗਵਰਨਮੈਂਟ ਵੱਲ ਲੈ ਕੇ ਜਾਇਆ ਜਾਵੇ। ਤਾਂ ਪਹਿਲੀ ਵਾਰੀ ਇਹ ਚੀਜ਼ ਗਵਰਨਮੈਂਟ ਨੇ ਮੰਨੀ ਸੀਗੀ, ਕਲੇਮ ਕੀਤੀ ਸੀ, ਠੀਕ ਹੈ। ਤਾਂ ਉਹ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ, ਇਸ ਡੈਕਲੇਰੇਸ਼ਨ ਤੋਂ ਬਾਅਦ ਇੱਕ ਮੌਂਟਫੋਰਡ ਰਿਫਾਰਮਸ, ਮੌਂਟਫੋਰਡ ਕਿਸ ਤੋਂ ਬਣਿਆ ਦੇਖੋ, ਮੌਂਟੇਗਿਊ, MON ਦਾ ਮੌਂਟੇਗਿਊ ਤੇ ਕੈਮਸਫੋਰਡ, ਮੌਂਟੇਗਿਊ ਕੈਮਸਫੋਰਡ ਰਿਫਾਰਮਸ, ਠੀਕ ਹੈ। ਇਹ ਅਸੀਂ ਪੜ੍ਹਾਂਗੇ ਨੈਕਸਟ, ਵਿਲ ਡੂ ਸੈਪਰੇਟਲੀ। ਇਹ ਅਸੀਂ ਬਾਅਦ ਦੇ ਵਿੱਚ ਕਰਾਂਗੇ, ਜਦੋਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਕੌਨਸਟੀਟਿਊਸ਼ਨਲ ਡਿਵੈਲਪਮੈਂਟਸ ਕਰਾਂਗੇ, ਠੀਕ ਹੈ ਨਾ, ਕੌਨਸਟੀਟਿਊਸ਼ਨਲ ਡਿਵੈਲਪਮੈਂਟਸ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ 1773, ਠੀਕ ਹੈ, 1793, ਫਿਰ 1813, ਫਿਰ 1833, 1858, ਠੀਕ ਹੈ। ਇਹ ਸਾਰੇ 92 ਦਾ ਕਾਊਂਸਲ ਐਕਟ ਆ ਗਿਆ, 1909 ਦਾ ਆ ਗਿਆ, 1919 ਦਾ ਆ ਗਿਆ। ਤਾਂ ਇਹ ਸਾਰੇ ਜਿਹੜੀ ਆਪਣਾ ਡਿਵੈਲਪਮੈਂਟਸ ਨੇ ਇਹ ਆਪਾਂ ਬਾਅਦ ਦੇ ਵਿੱਚ ਸੈਪਰੇਟਲੀ ਕਰਾਂਗੇ, ਕਿਉਂਕਿ ਉਹ ਵੀ ਇੱਕ ਚੇਨ ਆਫ ਕਮਾਂਡ ਬਣ ਜੂਗੀ, ਠੀਕ ਹੈ ਨਾ। ਆਪਣਾ ਇਸ ਕੋਰਸ ਦਾ ਇਹੀ ਅਪਰੋਚ ਰਹਿਣੀ ਹੈ ਕਿ ਅਸੀਂ ਬਿਲਕੁਲ ਔਰਗੈਨਿਕਲੀ ਹਰ ਚੀਜ਼ ਡਿਵੈਲਪ ਕਰਨੀ ਹੈ, ਹੌਲੀ ਹੌਲੀ। ਹੁਣ ਤੁਸੀਂ ਓਬਜ਼ਰਵ ਕੀਤੀ ਹੋਣੀ, ਅਸੀਂ ਪ੍ਰੋਪਰ ਟਾਈਮਲਾਈਨ ਨਾਲ ਚੱਲ ਰਹੇ ਹਾਂ, ਠੀਕ ਹੈ। 1498 ਤੋਂ ਲੈ ਕੇ ਆਪਣਾ 1764 ਤੱਕ 60 ਤੱਕ ਗਏ ਸੀਗੇ, ਫਿਰ 1757 ਤੋਂ 1856 ਤੱਕ ਗਏ ਸੀਗੇ, ਠੀਕ ਹੈ। ਫਿਰ ਅਸੀਂ 1857 ਰਿਵੋਲਟ ਕੀਤਾ, ਫਿਰ 1885 ਦੇ ਵਿੱਚ ਕਾਂਗਰਸ ਬਣਾਈ, ਫਿਰ ਸਪਲਿਟ ਕਰਾਇਆ, ਠੀਕ ਹੈ, ਫਿਰ ਹੁਣ ਤੱਕ ਪਹੁੰਚੇ। ਬਿਲਕੁਲ ਆਪਾਂ ਪ੍ਰੋਪਰ ਟਾਈਮਲਾਈਨ ਦੇ ਨਾਲ ਚੱਲ ਰਹੇ ਹਾਂ, ਕੋਈ ਇੱਦਾਂ ਨਹੀਂ ਹੈਗਾ ਵੀ ਅਸੀਂ ਕੋਈ ਟੌਪਿਕ ਇੱਥੋਂ ਚੱਕ ਲਿਆ, ਕੋਈ ਟੌਪਿਕ ਉੱਥੋਂ ਚੱਕ ਲਿਆ। ਤਾਂ ਇਹਦਾ ਫਾਇਦਾ ਕੀ ਹੁੰਦਾ ਹੈ, ਇੱਕ ਸਟੋਰੀ ਬੇਸਡ ਇਨਫੋਰਮੇਸ਼ਨ ਆਪਣੇ ਦਿਮਾਗ ਦੇ ਵਿੱਚ ਯਾਦ ਹੋ ਜਾਂਦੀ ਹੈ, ਠੀਕ ਹੈ ਨਾ। ਤਾਂ ਉਹੀ ਉਸ ਚੀਜ਼ ਦਾ ਫਾਇਦਾ ਲੈ ਰਹੇ ਹਾਂ ਆਪਾਂ। ਹੁਣ ਦੇਖੋ ਇਹ ਚੀਜ਼ ਕੀ ਸੀ, ਇਹ ਜੇ ਆਪਾਂ ਪਹਿਲਾਂ ਪੜ੍ਹ ਦਿੰਦੇ, ਹੁਣ ਇਹ ਆਪਣੀ ਜਿਹੜੀ ਚੇਨ ਸੀ ਉਹਨੂੰ ਬ੍ਰੇਕ ਕਰ ਦਿੰਦਾ, ਠੀਕ ਹੈ ਨਾ, ਉਹ ਬ੍ਰੇਕ ਕਰ ਦਿੰਦਾ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਹੁਣ ਪੈਂਡਿੰਗ ਰੱਖਾਂਗੇ, ਅਤੇ ਜਦੋਂ ਇਹ ਵਾਲੀ ਚੇਨ ਬਣਾਵਾਂਗੇ ਇਹ ਇੱਕ ਸੈਪਰੇਟ ਤੋਂ ਚੇਨ ਬਣ ਜੂਗੀ ਆਪਣੀ, ਠੀਕ ਹੈ ਨਾ। ਤਾਂ ਫਿਰ ਇਹ ਆਪਣੇ ਔਰਗੈਨਿਕਲੀ ਯਾਦ ਹੋ ਜੂਗੀ। ਇਹੀ ਰੀਜ਼ਨ ਹੈ ਮੇਰਾ ਕਿ ਆਪਾਂ ਹੁਣ ਇਹ ਬਾਅਦ ਦੇ ਵਿੱਚ ਕਰਾਂਗੇ। ਇਹ ਚੀਜ਼ ਜਿਹੜੀ ਮੌਂਟਫੋਰਡ ਰਿਫਾਰਮ ਕਾਫੀ ਇੰਪੋਰਟੈਂਟ ਹੈ ਜੀ, ਇਹ ਟੌਪਿਕ ਬਹੁਤ ਇੰਪੋਰਟੈਂਟ ਹੈ। ਈਵਨ ਕਿ ਜਿਹੜਾ ਸਾਰਾ ਕੌਨਸਟੀਟਿਊਸ਼ਨਲ ਡਿਵੈਲਪਮੈਂਟ ਵਾਲਾ ਟੌਪਿਕ ਹੈ ਉਹ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਤਾਂ ਜਸਟ ਵੇਟ ਫॉर दैट। ਤਾਂ ਇਹ ਵੀ ਇੱਕ ਵੱਡੀ ਕੰਟਰੀਬਿਊਸ਼ਨ ਸੀ ਹੋਮ ਰੂਲ ਮੂਵਮੈਂਟ ਦੀ ਕਿ ਮੌਂਟਫੋਰਡ ਰਿਫਾਰਮਸ ਸਰਕਾਰ ਨੇ ਅਨਾਊਂਸ ਕਰਤੇ ਸੀ। ਇਹ ਮੋਰ ਔਰ ਲੈਸ ਕਿ ਅਗਸਤ ਜਿਹੜੀ ਡੈਕਲੇਰੇਸ਼ਨ ਸੀਗੀ ਉਹ ਲਗਭਗ ਉਹੀ ਚੀਜ਼ ਸੀਗੀ, ਠੀਕ ਹੈ ਨਾ। ਇਹਦੇ ਵਿੱਚ ਸਿਰਫ ਇੱਕ ਮਨਸ਼ਾ ਜ਼ਾਹਿਰ ਕੀਤੀ ਸੀ ਸਰਕਾਰ ਨੇ, ਇਹਦੇ ਵਿੱਚ ਕੁਛ ਨਾ ਕੁਛ ਰਿਫਾਰਮਸ ਕਰਤੇ ਸੀਗੇ, ਠੀਕ ਹੈ। ਹਾਲਾਂਕਿ ਬਹੁਤ ਕੁਛ ਚੇਂਜ ਨਹੀਂ ਹੋਇਆ, ਬਟ ਸਟਿਲ, ਠੀਕ ਹੈ ਨਾ, ਗ੍ਰੈਜੂਅਲੀ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇਗੀਆਂ। ਤਾਂ ਇਹ ਵੀ ਇੱਕ ਕੰਟਰੀਬਿਊਸ਼ਨ ਆਪਾਂ ਕਵਾਂਗੇ ਹੋਮ ਰੂਲ ਮੂਵਮੈਂਟ ਦੀ। ਹੁਣ ਆਪਾਂ ਥੋੜ੍ਹਾ ਜਿਹਾ ਲਖਨਊ ਸੈਸ਼ਨ ਬਾਰੇ ਦੇਖ ਲਈਏ, ਕਿਉਂਕਿ ਆਪਾਂ ਪਹਿਲਾਂ ਪੜ੍ਹਿਆ ਹੈਗਾ ਕਿ ਜਿਹੜੇ ਮੋਡਰੇਟ ਅਤੇ ਐਕਸਟ੍ਰੀਮਿਸਟ ਨੇ ਇਹ ਆਪਸ ਦੇ ਵਿੱਚ ਇਕੱਠੇ ਹੋ ਗਏ ਦੁਬਾਰਾ ਲਖਨਊ ਦੇ ਵਿੱਚ 1916 ਦੇ ਵਿੱਚ। ਤਾਂ ਅਸੀਂ ਇਸ ਸੈਸ਼ਨ ਬਾਰੇ ਥੋੜ੍ਹਾ ਪੜ੍ਹ ਲੈਣਾ, ਕਾਫੀ ਇੰਪੋਰਟੈਂਟ ਬਣ ਜਾਂਦਾ ਇਹ, ਠੀਕ ਹੈ। ਲਖਨਊ ਸੈਸ਼ਨ ਆਫ, ਦੇਖੋ ਜਿਹੜੇ ਇਹ ਸੈਸ਼ਨਸ ਨੇ ਇੰਪੋਰਟੈਂਟ, ਵੈਸੇ ਤਾਂ ਦੇਖੋ 100-150 ਤੋਂ ਜ਼ਿਆਦਾ ਹੀ ਸੈਸ਼ਨਸ ਨੇਗੇ, ਸਾਰੇ ਆਪਾਂ ਯਾਦ ਨਹੀਂ ਕਰਨੇ। ਹੁਣ ਜਿਵੇਂ ਇੱਥੇ ਇੱਕ ਬਹੁਤ ਵੱਡੀ ਇਵੈਂਟ ਹੋਈ ਹੈ ਕਿ ਰੀਯੂਨੀਅਨ ਹੋਈ ਹੈ, ਤਾਂ ਦੈਟ ਇਜ਼ ਵਾਈ ਇੱਕ ਇੰਪੋਰਟੈਂਟ ਬਣ ਗਿਆ। ਓਬਵੀਅਸ ਜੀ ਗੱਲ ਹੈ, ਕਾਮਨ ਸੈਂਸ ਦੀ ਗੱਲ ਹੈ, ਠੀਕ ਹੈ ਨਾ, ਲੌਜੀਕਲ ਜੀ ਗੱਲ ਹੈ ਕਿ ਹੁਣ ਇੰਪੋਰਟੈਂਟ ਬਣ ਗਿਆ। ਹੁਣ ਸਾਨੂੰ ਇਸ ਦਾ ਪ੍ਰੈਜ਼ੀਡੈਂਟ ਵੀ ਯਾਦ ਕਰਨਾ ਪਊਗਾ, ਇਸ ਦਾ ਈਅਰ ਵੀ ਯਾਦ ਕਰਨਾ ਪਊਗਾ, ਇਸ ਦਾ ਵੈਨਿਊ ਵੀ ਯਾਦ ਕਰਨਾ ਪਊਗਾ, ਠੀਕ ਹੈ ਨਾ। ਤਾਂ ਆਪਾਂ ਇੱਕ ਜਿਸਟ ਬਣਾ ਲਾਂਗੇ ਪ੍ਰੋਪਰਲੀ, ਇਹ ਵੀ ਸੈਪਰੇਟ ਤੋਂ ਕਰਾਂਗੇ ਆਪਾਂ। ਇਕੱਲੇ ਜਿਹੜਾ ਸੈਸ਼ਨ ਆਪਣੇ ਇੰਪੋਰਟੈਂਟ ਲੱਗਦਾ ਉਹਦਾ ਚੇਅਰਮੈਨ, ਉਹਦਾ ਟਾਈਮ ਪੀਰੀਅਡ, ਠੀਕ ਹੈ,
ਤੇ ਉਹਦੀ ਵੈਨਿਊ ਆਪਾਂ ਸਾਰਾ ਕੁਝ ਆਪਾਂ ਕਰ ਲਾਂਗੇ, ਠੀਕ ਹੈ, ਵਿਦ ਟਾਈਮ। ਜ਼ਿਆਦਾ ਨਹੀਂ, ਵੱਧ ਤੋਂ ਵੱਧ 12 ਤੋਂ 10 ਤੋਂ 12 ਨੇਗੇ ਜਿਹੜੇ ਸੈਸ਼ਨ, ਜਿਹੜੇ ਆਪਣੇ ਅੱਛੀ ਤਰ੍ਹਾਂ ਯਾਦ ਕਰਨੇ ਨੇ, ਠੀਕ ਹੈ ਨਾ, ਉਹ ਵੀ ਬੜੇ ਪਿਆਰ ਨਾਲ ਯਾਦ ਹੋ ਜਾਣਗੇ ਆਪਣੇ। ਤਾਂ ਜਸਟ ਨਾਲ ਰਿਹਾ ਕਰੋ ਅਤੇ ਪ੍ਰੋਪਰ ਆਪਣਾ ਰਿਵੀਜ਼ਨ ਕਰਦੇ ਰਿਹਾ ਕਰੋ, ਠੀਕ ਹੈ। ਨੋਟਸ ਜੇ ਬਣਾ ਰਹੇ ਹੋ ਤਾਂ ਅੱਛੀ ਗੱਲ ਹੈ, ਅਦਰਵਾਈਜ਼ ਵੀਡੀਓਜ਼ ਨੂੰ ਬਾਰ-ਬਾਰ ਦੇਖਿਆ ਕਰੋ। ਅੰਬਿਕਾ ਚਰਨ ਮਜੂਮਦਾਰ, ਠੀਕ ਹੈ, AC ਮਜੂਮਦਾਰ ਸੀ ਜਿਹੜੇ, ਇਹ ਸਾਡੇ ਲਖਨਊ ਸੈਸ਼ਨ ਦੇ ਚੇਅਰਮੈਨ ਸੀ, ਪ੍ਰੀਜ਼ਾਈਡਿੰਗ ਆਫਿਸਰ ਸੀਗੇ, ਇਹ ਪ੍ਰੀਜ਼ਾਈਡਡ ਬਾਏ AC ਮਜੂਮਦਾਰ, ਠੀਕ ਹੈ। ਹੈਡ ਇਹਨਾਂ ਦਾ ਮਤਲਬ ਚੇਅਰਮੈਨ ਕੌਣ ਸੀ ਆਪਣੇ ਸੈਸ਼ਨ ਦਾ ਇਸ ਵਾਰ ਦਾ? AC ਮਜੂਮਦਾਰ। ਐਕਸਟ੍ਰੀਮਿਸਟਸ ਵਰ ਰੀਐਡਮਿਟਡ ਟੂ ਕਾਂਗਰਸ, ਠੀਕ ਹੈ। ਜਿਹੜੇ ਐਕਸਟ੍ਰੀਮਿਸਟ ਨੂੰ ਅਸੀਂ ਪਹਿਲਾਂ ਕੱਢ ਕੇ ਬਾਹਰ ਛੱਡਤਾ ਸੀ, ਆਪਾਂ ਕੀ ਕੀਤਾ ਸੀ ਸੂਰਤ ਸਪਲਿਟ ਦੇ ਵਿੱਚ, ਮੋਡਰੇਟਸ ਐਕਸਟ੍ਰੀਮਿਸਟ, ਅਸੀਂ ਇਹਨਾਂ ਨੂੰ ਐਕਸਟ੍ਰੀਮਿਸਟ ਨੂੰ ਕੱਢ ਕੇ ਬਾਹਰ ਛੱਡਤਾ ਸੀਗਾ, ਇਕੱਲੇ ਮੋਡਰੇਟਸ ਰਹਿ ਗਏ ਸੀ ਹੁਣ ਕਾਂਗਰਸ ਦੇ ਵਿੱਚ। ਬਟ ਹੁਣ ਕੀ ਹੋਇਆ, ਇਹਨਾਂ ਨੂੰ ਦੁਬਾਰਾ ਐਂਟਰੀ ਮਿਲ ਗਈ ਸੀ ਕਾਂਗਰਸ ਦੇ ਵਿੱਚ, ਤਾਂ ਦੈਟ ਇਜ਼ ਵਾਈ ਵੀ ਸੇ ਇਟ ਰੀਯੂਨੀਅਨ ਆਫਟਰ ਸੂਰਤ ਸਪਲਿਟ 1907, ਠੀਕ ਹੈ। 1907 ਤੋਂ ਬਾਅਦ ਹੁਣ ਇਹ ਰੀਯੂਨੀਅਨ ਹੋਈ ਸੀ ਇੱਕ, ਠੀਕ ਹੈ। ਅੱਛਾ, ਇੱਕ ਹੋਰ ਵੱਡੀ ਚੀਜ਼ ਹੋਈ ਸੀ ਇਸ ਸੈਸ਼ਨ ਤੋਂ ਬਾਅਦ, ਇਸ ਸੈਸ਼ਨ ਦੇ ਨਾਲ ਇੱਕ ਲਖਨਊ ਪੈਕਟ ਸਾਈਨ ਕੀਤਾ ਗਿਆ ਸੀ। ਲਖਨਊ ਪੈਕਟ ਬਹੁਤ ਇੰਪੋਰਟੈਂਟ ਹੈ ਜੀ, ਧਿਆਨ ਰੱਖਣਾ ਹੈ ਇਹ ਕਿਹਦੇ ਵਿੱਚ ਹੈ। ਇਹ ਬਿਟਵੀਨ ਕਾਂਗਰਸ ਐਂਡ ਬਿਟਵੀਨ ਮੁਸਲਿਮ ਲੀਗ ਹੈ ਇਹ, ਠੀਕ ਹੈ। ਕਨਫਿਊਜ਼ਨ ਇੱਥੇ ਹੁੰਦੀ ਹੈ, ਅਸੀਂ ਕੀ ਕਰਾਂਗੇ, ਅਸੀਂ ਕਹਾਂਗੇ ਲਖਨਊ ਪੈਕਟ ਐਕਸਟ੍ਰੀਮਿਸਟ ਅਤੇ ਮੋਡਰੇਟਸ ਦੇ ਵਿੱਚ ਹੈ, ਨਹੀਂ, ਬਿਲਕੁਲ ਗਲਤ ਹੈ। ਕੁਐਸਚਨ ਇੱਥੇ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ, ਬਹੁਤ ਟ੍ਰਿਕੀ ਕੁਐਸਚਨ ਬਣਦਾ, ਠੀਕ ਹੈ ਨਾ। ਸਾਡੇ ਦਿਮਾਗ 'ਚ ਆਊਗਾ ਕਿ ਹਾਂ ਲਖਨਊ ਦੇ ਵਿੱਚ ਮਿਲੇ ਸੀ ਪੈਕਟ ਹੋ ਰਿਹਾ, ਤਾਂ ਓਬਵੀਅਸਲੀ ਕੋਈ ਨਾ ਕੋਈ ਬੰਦੇ ਮਿਲੇ ਹੋਣੇ, ਤਾਂ ਸਾਡੇ ਯਾਦ ਆਊਗਾ ਕਿ ਹਾਂ ਲਖਨਊ ਸੈਸ਼ਨ ਦੇ ਵਿੱਚ ਰੀਯੂਨੀਅਨ ਹੋਈ ਸੀ, ਤਾਂ ਅਸੀਂ ਚੁੱਪ ਕਰਕੇ ਮੋਡਰੇਟ ਐਕਸਟ੍ਰੀਮਿਸਟ ਕਰ ਦਾਂਗੇ, ਨਹੀਂ, ਬਿਲਕੁਲ ਗਲਤ। ਧਿਆਨ ਰੱਖਣਾ ਹੈ, ਈਅਰ ਸੇਮ ਹੈ, ਵੈਨਿਊ ਸੇਮ ਹੈ, ਬਟ ਕੰਟੈਕਸਟ ਅਲੱਗ ਹੈਗਾ। ਇਹ ਪੈਕਟ ਕਾਂਗਰਸ ਤੇ ਮੁਸਲਿਮ ਲੀਗ ਦੇ ਵਿੱਚ ਸਾਈਨ ਹੋਇਆ, ਬਿਲਕੁਲ ਧਿਆਨ ਰੱਖਣਾ ਹੈ। ਦੇਖੋ ਇਸ ਤੋਂ ਪਹਿਲਾਂ ਕੀ ਸੀ, ਦੇਖੋ ਮੁਸਲਿਮ ਲੀਗ ਕਦੋਂ ਬਣੀ ਸੀ? 1905-6 ਦੇ ਵਿੱਚ ਬਣੀ ਸੀ, ਠੀਕ ਹੈ ਨਾ, 1906 ਦੇ ਵਿੱਚ ਕਹਾਂਗੇ ਆਪਾਂ, ਇਸ ਟਾਈਮ 'ਤੇ ਬਣੀ ਸੀਗੀ। ਤਾਂ ਇਸ ਤੋਂ ਬਾਅਦ 'ਚੋਂ ਕੀ ਹੋਣ ਲੱਗਿਆ ਸੀ, ਮੁਸਲਿਮ ਜਿਹੜੀ ਲੀਗ ਸੀ ਇਹ ਬਿਲਕੁਲ ਮੁਸਲਿਮਾਂ ਨੂੰ ਆਪਣੇ ਤੋਂ, ਹਿੰਦੂਆਂ ਤੋਂ ਤੋੜਨ ਲੱਗ ਰਹੀ ਸੀ, ਮੁਸਲਿਮਸ ਨੂੰ ਹਿੰਦੂਆਂ ਤੋਂ ਵੀ ਤੋੜ ਰਹੀ ਸੀ। ਐਂਡ ਜਿਹੜੀ ਸਾਡੀ ਫਰੀडम ਸਟਰਗਲ ਹੈ, ਦੇਖੋ ਧਿਆਨ ਦੇਣ ਵਾਲੀ ਗੱਲ ਹੈ, ਫਰੀडम ਸਟਰਗਲ ਦਾ ਵੀ ਤੋੜ ਰਹੀ ਸੀਗੀ ਜਿਹੜੀ ਮੁਸਲਿਮ ਲੀਗ ਸੀਗੀ, ਅਤੇ ਕਾਫੀ ਗਲਤ ਕੰਮ ਕਰ ਰਹੀ ਸੀ ਮੁਸਲਿਮ ਲੀਗ। ਈਵਨ ਕਿ ਅੰਗਰੇਜ਼ਾਂ ਦੇ ਨਾਲ ਮਿਲ ਕੇ ਕਾਂਗਰਸ ਨੂੰ ਨੀਚਾ ਦਿਖਾ ਰਹੀ ਸੀਗੀ ਜਿਹੜੀ ਮੁਸਲਿਮ ਲੀਗ ਸੀਗੀ। ਤਾਂ ਫਰੀडम ਸਟਰਗਲ ਤੋਂ ਲੋਕਾਂ ਨੂੰ ਦੂਰ ਕਰ ਰਹੀ ਸੀ, ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਅਪੀਲ ਕਰਦੀ ਸੀ ਇਹ ਮੁਸਲਿਮ ਲੀਗ ਕਿ ਤੁਸੀਂ ਫਰੀडम ਸਟਰਗਲ ਦੇ ਵਿੱਚ ਪਾਰਟੀਸਪੇਟ ਨਾ ਕਰੋ, ਠੀਕ ਹੈ। ਹੁਣ ਤੱਕ ਮੁਸਲਿਮ ਲੀਗ ਦਾ ਰਵੱਈਆ ਇਹੋ ਜਿਹਾ ਰਿਹਾ ਸੀ, ਬਟ ਹੁਣ ਕੁਛ ਚੀਜ਼ਾਂ ਚੇਂਜ ਹੋਣ ਲੱਗ ਗਈਆਂ। ਹੁਣ ਜਿਹੜੇ ਲੀਡਰ ਆਉਣ ਲੱਗੇ, ਇਸ 'ਚ ਵਧੀਆ ਲੀਡਰ ਆਉਣ ਲੱਗੇ, ਮੁਹੰਮਦ ਅਲੀ ਜਿੰਨਾ ਵਰਗੇ ਲੀਡਰ ਆ ਗਏ, ਠੀਕ ਹੈ। ਜਿੰਨਾ ਪਹਿਲਾਂ ਇੰਨਾ ਖਰਾਬ ਨਹੀਂ ਸੀ ਜਿੰਨਾ ਆਪਾਂ ਸਮਝਦੇ ਹਾਂ ਇਸ ਬੰਦੇ ਨੂੰ, ਠੀਕ ਹੈ। ਤਾਂ ਪਹਿਲਾਂ ਇਹ ਕਾਫੀ ਇੱਕ ਪੈਟਰੀਓਟਿਕ ਕਹਾਂਗੇ ਆਪਾਂ ਇਹਨੂੰ, ਠੀਕ ਹੈ। ਤਾਂ ਫਰੀडम ਸਟਰਗਲ ਦਾ ਵੀ ਕਾਫੀ ਵੱਡਾ ਪਾਰਟੀਸਪੈਂਟ ਸੀਗਾ ਮੁਹੰਮਦ ਅਲੀ ਜਿੰਨਾ। ਤਾਂ ਇਹੋ ਜਿਹੇ ਜਿਹੜੇ ਨਵੇਂ ਲੀਡਰ ਸੀ, ਨਵੇਂ ਯੰਗ ਲੀਡਰ ਸੀਗੇ, ਉਹ ਆਏ ਮੁਸਲਿਮ ਲੀਗ ਦੇ ਵਿੱਚ। ਤਾਂ ਹੁਣ ਇਹਨਾਂ ਨੇ ਜਿਹੜੀ ਪਹਿਲਾਂ ਵਾਲੀ ਮੁਸਲਿਮ ਲੀਗ ਦੀ ਪਰਸੈਪਸ਼ਨ ਸੀ ਵੀ ਐਂਟੀ ਫਰੀडम ਸਟਰਗਲ ਸੀਗੀ, ਉਹਨਾਂ ਨੂੰ ਖਤਮ ਕੀਤਾ। ਹੁਣ ਜਿਹੜੀ ਇਹ ਫਰੀडम ਸਟਰਗਲ ਦੇ ਵਿੱਚ ਮੁਸਲਿਮ ਲੀਗ ਪਾਰਟ ਲੈਣ ਲੱਗ ਗਈ ਸੀ, ਠੀਕ ਹੈ। ਧਿਆਨ ਰੱਖਣਾ ਹੈ, ਮੁਹੰਮਦ ਅਲੀ ਜਿੰਨਾ ਇੱਕ ਵੱਡਾ ਕਾਰਨ ਸੀਗਾ ਇਸ ਲਖਨਊ ਪੈਕਟ ਵਾਸਤੇ ਕਿ ਹਾਂ ਅਸੀਂ ਇਕੱਠੇ ਹੋ ਕੇ ਅੰਗਰੇਜ਼ ਸਰਕਾਰ ਦੇ ਵਿਰੁੱਧ ਲੜਾਈ ਕਰਨੀ ਹੈ, ਠੀਕ ਹੈ ਨਾ। ਤਾਂ ਮੁਹੰਮਦ ਅਲੀ ਜਿੰਨਾ ਉਸ ਟਾਈਮ 'ਤੇ ਵੱਡਾ ਫੈਕਟਰ ਸੀ ਇਸ ਚੀਜ਼ ਦਾ, ਅਤੇ ਇਹ ਲਖਨਊ ਪੈਕਟ ਵਾਸਤੇ ਵੀ ਇੰਪੋਰਟੈਂਟ ਰੋਲ ਸੀ ਇਹਦਾ, ਪਲੱਸ ਤਿਲਕ ਦਾ। ਤਿਲਕ ਨੇ ਇੱਥੇ ਵੀ ਕੰਟਰੀਬਿਊਟ ਕੀਤਾ ਅਤੇ ਰੀਯੂਨੀਅਨ ਵਾਸਤੇ ਵੀ ਕੰਟਰੀਬਿਊਟ ਕੀਤਾ, ਤਿਲਕ ਨੇ ਦੋਨਾਂ ਪਾਸੇ ਕੰਟਰੀਬਿਊਟ ਕੀਤਾ ਸੀਗਾ, ਠੀਕ ਹੈ। ਇਹਨਾਂ ਨੇ ਹੁਣ ਜਿਹੜਾ ਪੈਕਟ ਸੀ ਇਹਦੇ ਵਿੱਚ ਐਕਚੁਅਲੀ ਕੀ ਡਿਸਾਈਡ ਕੀ ਹੋਇਆ, ਪ੍ਰੈਜੈਂਟੇਸ਼ਨ ਆਫ ਕਾਮਨ ਡਿਮਾਂਡਸ ਬਾਏ ਦੈਮ ਟੂ ਦਾ ਗਵਰਨਮੈਂਟ। ਹੁਣ ਤੱਕ ਕੀ ਸਿਨੈਰੀਓ ਸੀਗਾ, ਮੁਸਲਿਮ ਲੀਗ ਇੱਧਰਲੇ ਰਸਤੇ, ਕਾਂਗਰਸ ਇੱਧਰਲੇ ਰਸਤੇ। ਮੁਸਲਿਮ ਲੀਗ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਹਮੇਸ਼ਾ ਸਰਕਾਰ ਦੀ ਪਿੱਠੂ ਬਣ ਕੇ ਰਹਿ ਜਾਂਦੀ ਸੀਗੀ, ਠੀਕ ਹੈ ਨਾ। ਤਾਂ ਕਾਂਗਰਸ ਕੀ ਕਹਿੰਦੀ ਸੀ ਕਿ ਅਸੀਂ ਸਾਰੇ ਇੰਡੀਆ ਦੇ ਅਸੀਂ ਰਿਪਰੈਜ਼ੈਂਟੇਟਿਵ ਹਾਂ, ਠੀਕ ਹੈ, ਜੋ ਕਿ ਬਹੁਤ ਹੱਦ ਤੱਕ ਸਹੀ ਵੀ ਸੀਗਾ, ਕਿਉਂਕਿ ਕਾਂਗਰਸ ਇੱਕ ਬਰੋਡ ਚਰਚ ਸੀਗੀ। ਬਰੋਡ ਚਰਚ ਨਾਮ ਇੱਕ ਵਰਡ ਯੂਜ਼ ਕੀਤਾ ਜਾਂਦਾ ਇਹਦੇ ਵਾਸਤੇ, ਬਰੋਡ ਚਰਚ। ਇਹਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਹਰ ਧਰਮ, ਹਰ ਜਾਤੀ, ਹਰ ਜੈਂਡਰ, ਹਰ ਕੋਈ ਲਗਭਗ ਇਹਦੇ ਵਿੱਚ ਬੰਦਾ ਫਰੋਮ 0 to 1, ਜੇ ਆਪਾਂ ਪੂਰੇ ਸ਼ੇਡ ਬਣਾਈਏ ਨਾ 0 to 1, ਜੇ ਅਸੀਂ ਕਹੀਏ ਵੀ ਸਾਰੇ ਦੁਨੀਆ ਦੇ ਲੋਕ 0 ਤੋਂ 1 ਨੇਗੇ, ਤਾਂ ਇਹਦੇ ਵਿੱਚ ਆਲਮੋਸਟ ਹਰ ਤਰ੍ਹਾਂ ਦਾ ਬੰਦਾ ਕਾਂਗਰਸ ਦੇ ਵਿੱਚ ਸੀਗਾ, ਠੀਕ ਹੈ। ਅਸੀਂ ਦੇਖਾਂਗੇ ਆਉਣ ਵਾਲੇ ਟਾਈਮ 'ਚ ਦੇਖਾਂਗੇ, ਦੈਟ ਇਜ਼ ਵਾਈ ਵੀ ਕਾਲ ਇਟ ਅ ਬਰੋਡ ਚਰਚ, ਠੀਕ ਹੈ। ਬਟ ਮੁਸਲਿਮ ਲੀਗ ਕੀ ਕਹਿੰਦੀ ਸੀ ਕਿ ਅਸੀਂ ਮੁਸਲਮਾਨਾਂ ਦੇ ਸਿਰਫ ਅਸੀਂ ਰਿਪਰੈਜ਼ੈਂਟੇਟਿਵ ਹਾਂ, ਠੀਕ ਹੈ। ਉਹ ਵੀ ਕਿਉਂ ਇਹੀ ਮੰਨਿਆ ਜਾਂਦਾ ਕਿ ਸਰਕਾਰ ਦੀ ਪਿੱਠੂ ਬਣ ਕੇ ਰਹਿ ਜਾਂਦੀ ਸੀ ਤਾਂ ਕਿ ਤੋੜ ਦੇ, ਜਿਹੜੀ ਸਾਡੀ ਫਰੀडम ਸਟਰਗਲ ਹੈ ਉਹਨੂੰ ਤੋੜ ਦੇ, ਅਗੇਨ ਡਿਵਾਈਡ ਐਂਡ ਰੂਲ, ਠੀਕ ਹੈ ਜੀ। ਚਲੋ, ਬਟ ਹੁਣ ਕੀ ਹੋਇਆ, ਇਹ ਲਖਨਊ ਪੈਕਟ ਤੋਂ ਬਾਅਦ ਇਹਨਾਂ ਨੇ ਡਿਸਾਈਡ ਕੀਤਾ ਕਿ ਨਹੀਂ, ਅਸੀਂ ਅਲੱਗ-ਅਲੱਗ ਰਸਤੇ 'ਤੇ ਨਹੀਂ ਚੱਲਦੇ, ਅਸੀਂ ਇੱਕ ਕਾਮਨ ਡਿਮਾਂਡਸ ਰੱਖਾਂਗੇ ਆਪਣੀਆਂ ਸਰਕਾਰ ਦੇ ਅੱਗੇ, ਠੀਕ ਹੈ ਨਾ। ਤਾਂ ਇਹ ਬਹੁਤ ਵੱਡੀ ਇੱਕ ਅਚੀਵਮੈਂਟ ਸੀਗੀ, ਠੀਕ ਹੈ। ਕਾਂਗਰਸ ਐਕਸੈਪਟਡ ਮੁਸਲਿਮਸ ਲੀਗਸ ਪੋਜੀਸ਼ਨ ਔਨ ਸੈਪਰੇਟ ਇਲੈਕਟੋਰੇਟਸ। ਇਹ ਥੋੜ੍ਹੀ ਜਿਹੀ ਇੱਕ
ਆਪਾਂ ਕਹਾਂਗੇ ਥੋੜ੍ਹੀ ਜਿਹੀ ਬੈਕਵਰਡ ਲੁਕਿੰਗ ਅਪਰੋਚ ਸੀਗੀ, ਬੈਕਵਰਡ ਲੁਕਿੰਗ ਪ੍ਰੋਵੀਜ਼ਨ ਸੀਗੀ, ਠੀਕ ਹੈ ਨਾ। ਹੁਣ ਮੁਸਲਿਮ ਲੀਗ ਦੇਖੋ ਇਕੱਠੀ ਹੋਣ 'ਤੇ ਤਿਆਰ ਹੋ ਗਈ ਸੀ, ਅਤੇ ਇਸ ਕੰਪਰੋਮਾਈਜ਼ ਦੇ ਵਿੱਚ ਕਾਂਗਰਸ ਨੂੰ ਵੀ ਇੱਕ ਕੰਪਰੋਮਾਈਜ਼ ਕਰਨਾ ਪਿਆ, ਇੱਕ ਚੀਜ਼ ਮੰਨਣੀ ਪਈ ਮੁਸਲਿਮ ਲੀਗ ਦੀ। ਦੇਖੋ 1909 ਦੇ ਵਿੱਚ ਆਪਾਂ ਪੜ੍ਹਾਂਗੇ, ਠੀਕ ਹੈ, ਜਿਹੜਾ ਅਸੀਂ ਇੱਥੇ ਗੱਲ ਕਰਕੇ ਆ ਨਾ 1919 ਵਾਲਾ ਰਿਫੋਰਮ, ਅਤੇ ਅਸੀਂ ਪਹਿਲਾਂ ਕੀਤਾ ਹੈ ਕਿ ਅਸੀਂ ਕੌਂਸਟੀਟਿਊਸ਼ਨਲ ਡਿਵੈਲਪਮੈਂਟਸ ਪੜ੍ਹਾਂਗੇ। ਅਤੇ 1909 ਦੇ ਵਿੱਚ ਇੱਕ ਸਾਡੇ ਕੋਲ ਰਿਫੋਰਮਸ ਆਏ ਸੀਗੇ, ਉਹਦੇ ਵਿੱਚ ਮੁਸਲਿਮਸ ਨੂੰ ਸੈਪਰੇਟ ਇਲੈਕਟੋਰੇਟ ਦੇਤਾ ਸੀਗਾ, ਠੀਕ ਹੈ। ਸੈਪਰੇਟ ਇਲੈਕਟੋਰੇਟ ਅਸੀਂ ਜੇ ਨਹੀਂ ਕੀਤਾ ਆਪਾਂ ਕਰ ਲਾਂਗੇ, ਠੀਕ ਹੈ, ਸ਼ਾਇਦ ਮੈਂ ਸਮਝਾਇਆ ਨਹੀਂ ਹਾਲੇ ਤੁਹਾਨੂੰ, ਚਲੋ ਆਪਾਂ ਸੈਪਰੇਟਲੀ ਕਰ ਲਾਂਗੇ ਕਿ ਵਾਟ ਸੈਪਰੇਟ ਇਲੈਕਟੋਰੇਟਸ ਆਰ, ਠੀਕ ਹੈ, ਤਾਂ ਉਹ ਕਰਾਂਗੇ। ਤਾਂ 1909 ਦੇ ਵਿੱਚ ਮੁਸਲਿਮ ਨੂੰ ਦੇਤਾ ਸੀਗਾ ਇਹ ਸਰਕਾਰ ਨੇ, ਠੀਕ ਹੈ। ਬਟ ਕਾਂਗਰਸ ਦਾ ਸਟੈਂਡ ਸੀ ਕਿ ਇਹ ਚੀਜ਼ ਗਲਤ ਹੈਗੀ, ਹੋਣੀ ਨਹੀਂ ਚਾਹੀਦੀ ਇਹ, ਠੀਕ ਹੈ, ਇਹ ਸਾਨੂੰ ਡਿਵਾਈਡ ਕਰ ਰਹੀ ਹੈ ਹਿੰਦੂ ਮੁਸਲਮਾਨਾਂ ਨੂੰ, ਠੀਕ ਹੈ। ਹੁਣ ਤੱਕ ਕਾਂਗਰਸ ਦਾ ਸਟੈਂਡ ਇਹ ਸੀ। ਬਟ ਹੁਣ ਇੱਥੇ ਜਦੋਂ ਮੁਸਲਿਮ ਲੀਗ ਨਾਲ ਆਉਣ ਲਈ ਮਨਜ਼ੂਰ ਹੋ ਗਈ, ਇਕੱਠੇ ਆਉਣ ਲਈ ਮਨਜ਼ੂਰ ਹੋ ਗਈ, ਤਾਂ ਹੁਣ ਕਾਂਗਰਸ ਨੇ ਇੱਕ ਕੰਪਰੋਮਾਈਜ਼ ਕੀਤਾ ਵੀ ਚਲੋ ਮੁਸਲਿਮ ਲੀਗ ਜਿਹੜੀ ਪੋਜੀਸ਼ਨ ਹੈ ਸੈਪਰੇਟ ਇਲੈਕਟੋਰੇਟ ਸੇ ਉਹ ਮੰਨਣੀ ਪਈ, ਠੀਕ ਹੈ, ਕਾਂਗਰਸ ਨੂੰ। ਤਾਂ ਇਹ ਚੀਜ਼ ਥੋੜ੍ਹਾ ਜਿਹਾ ਇੱਕ ਬੈਕਵਰਡ ਲੁਕਿੰਗ ਸੀ, ਬਟ ਓਵਰਆਲ ਇੱਕ ਪ੍ਰੋਗਰੈਸਿਵ ਚੀਜ਼ ਸੀਗੀ ਕਿ ਹਾਂ ਜਿਹੜੇ ਕਾਂਗਰਸ ਅਤੇ ਮੁਸਲਿਮ ਵੀ ਇਕੱਠੀ ਆ ਗਈ, ਠੀਕ ਹੈ, ਅਤੇ ਐਕਸਟ੍ਰੀਮਿਸਟ ਅਤੇ ਮੋਡਰੇਟਸ ਵੀ ਇਕੱਠੇ ਆ ਗਏ। ਤਾਂ ਕੁੱਲ ਮਿਲਾ ਕੇ ਚੀਜ਼ਾਂ ਵਧੀਆ ਇੰਪਰੂਵ ਹੋਣੀਆਂ ਸਟਾਰਟ ਹੋ ਰਹੀਆਂ ਸੀਗੀਆਂ। ਅਤੇ ਆਉਣ ਵਾਲਾ ਜਿਹੜਾ ਸਾਡਾ ਪੀਰੀਅਡ ਸੀਗਾ, ਗਾਂਧੀਅਨ ਮੂਵਮੈਂਟ ਸੀ, ਉਹਦੇ ਲਈ ਕਿਤੇ ਨਾ ਕਿਤੇ ਬਹੁਤ ਫਾਇਦੇਮੰਦ ਹੋਣ ਵਾਲੀ ਸੀ ਇਹ ਚੀਜ਼ਾਂ, ਹਿੰਦੂ ਮੁਸਲਿਮ ਯੂਨਿਟੀ ਵੀ ਅਤੇ ਐਕਸਟ੍ਰੀਮਿਸਟ ਅਤੇ ਮੋਡਰੇਟਸ ਇਕੱਠਾ ਆਉਣਾ ਵੀ, ਠੀਕ ਹੈ ਜੀ। ਹੁਣ ਸਾਡੇ ਜਿਹੜੇ ਨੈਕਸਟ ਸੈਸ਼ਨ ਹੋਣਗੇ ਉਹ ਮੋਰ ਔਰ ਲੈਸ ਦੇ ਵਿਲ ਬੀ ਓਰੀਐਂਟਡ ਔਨ ਗਾਂਧੀ ਜੀ, ਠੀਕ ਹੈ ਨਾ। ਗਾਂਧੀ ਜੀ ਨੂੰ ਆਪਾਂ ਸਾਊਥ ਅਫਰੀਕਾ ਤੋਂ ਵਾਪਸ ਲੈ ਕੇ ਆਵਾਂਗੇ। ਫਿਲਹਾਲ ਉਹ ਸਾਊਥ ਅਫਰੀਕਾ ਦੇ ਵਿੱਚ ਬੈਠੇ ਨੇਗੇ, ਠੀਕ ਹੈ ਨਾ, ਅਤੇ ਕਾਫੀ ਟਾਈਮ ਤੋਂ ਬੈਠੇ ਨੇ, ਬਲਕਿ 10-20 ਸਾਲਾਂ ਤੋਂ ਬੈਠੇ ਨੇ। ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਅਤੇ ਉਹਨਾਂ ਨੂੰ ਅਸੀਂ ਆਪਣੇ ਦੇਸ਼ ਦੀ ਹਾਲਤ ਦੱਸਾਂਗੇ ਵੀ ਦੇਖੋ ਜੀ ਕੀ ਕੁਛ ਹੋ ਰਿਹਾ। ਫਿਰ ਉਹਨਾਂ ਨੂੰ ਚੰਪਾਰਨ ਲੈ ਕੇ ਜਾਵਾਂਗੇ, ਅਹਿਮਦਾਬਾਦ ਲੈ ਕੇ ਜਾਵਾਂਗੇ, ਠੀਕ ਹੈ, ਸੱਤਿਆਗ੍ਰਹਿ ਕਰਾਵਾਂਗੇ ਉਹਨਾਂ ਤੋਂ। ਇਹੀ ਕੁਛ ਆਪਣਾ ਜਿਹੜਾ ਨੈਕਸਟ ਸੈਸ਼ਨ ਦਾ ਆਪਣਾ ਟੌਪਿਕ ਹੋਣ ਵਾਲਾ ਹੈ, ਠੀਕ ਹੈ ਜੀ। ਦੈਨ ਟੇਕ ਕੇਅਰ ਟਿਲ ਦੈਨ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਓਕੇ ਜੀ।